ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ CDP ਦਾ ਇੱਕ ਨਵਾਂ ਸੈਸ਼ਨ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਆਲ ਟੀਚਿੰਗ ਮੈਥਡਸ, ਜਿਹੜਾ ਕਿ ਤੁਹਾਡਾ CDP ਦਾ ਇੱਕ ਮੋਸਟ ਇੰਪੋਰਟੈਂਟ ਟੌਪਿਕ ਹੈ, ਜਿਹਦੇ ਵਿੱਚੋਂ ਤੁਹਾਨੂੰ 4 ਤੋਂ 5 ਕੁਐਸਚਨ ਹਰ ਵਾਰ PSTET ਦੇ ਵਿੱਚ ਪੁੱਛੇ ਜਾਂਦੇ ਨੇ ਅਤੇ CTET ਦੇ ਵਿੱਚ ਵੀ ਇੱਥੋਂ ਤੁਹਾਨੂੰ ਕੁਐਸਚਨ ਹੈ ਜਿਹੜੇ ਉਹ ਪੁੱਟ ਕੀਤੇ ਜਾਂਦੇ ਨੇ। ਤਾਂ ਇਹ ਟੌਪਿਕ ਆਪਾਂ ਪੂਰੀ ਡਿਟੇਲ ਦੇ ਵਿੱਚ ਕਵਰ ਕਰਾਂਗੇ, ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ CDP ਦੇ ਕਈ ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਤੁਹਾਡੇ CDP ਦੇ ਮੋਸਟ ਇੰਪੋਰਟੈਂਟ ਟੌਪਿਕ ਜੋ ਕਿ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਨੇ ਉਹ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਆਲ ਟੀਚਿੰਗ ਮੈਥਡਸ ਬਾਰੇ ਇੱਕ ਇੱਕ ਫੈਕਟ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ, ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਇਹ ਜੋ ਆਪਣੇ ਸੈਸ਼ਨ ਨੇ ਇਹ ਤੁਹਾਡੇ PSTET ਦੇ ਪੇਪਰ ਦੇ ਲਈ ਮੋਸਟ ਇੰਪੋਰਟੈਂਟ ਸੈਸ਼ਨ ਨੇ, ਅਤੇ CTET ਦੀ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਵੀ ਤੁਸੀਂ ਇਹ ਆਪਣੇ ਸਾਰੇ ਸੈਸ਼ਨ ਅਟੈਂਡ ਕਰਿਓ, ਤਾਂ CTET ਦੇ ਵਿੱਚ ਵੀ ਇਹ ਤੁਹਾਨੂੰ ਬਹੁਤ ਫਾਇਦਾ ਦੇਣਗੇ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਪਹਿਲੀ ਸਲਾਈਡ ਦੇ ਵਿੱਚ ਜੋ ਵੀ ਤੁਹਾਡੇ ਇੰਪੋਰਟੈਂਟ ਮੈਥਡ ਨੇ, ਜਿਹੜੇ ਕਿ ਆਪਾਂ ਟੀਚਿੰਗ ਮੈਥਡ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਤੁਸੀਂ ਅੱਗੇ ਜਾ ਕੇ PSTET ਦਾ ਪੇਪਰ ਜਦੋਂ ਦਿਓਗੇ ਤਾਂ ਅੱਗੇ ਜਾ ਕੇ ਤੁਹਾਡਾ ਮਾਸਟਰ ਕੇਡਰ ਦਾ ਪੇਪਰ ਹੋਣਾ, ਅਤੇ ਉਸ ਤੋਂ ਬਾਅਦ ਤੁਸੀਂ ਇੱਕ ਟੀਚਰ ਬਣਨਾ। ਟੀਚਰ ਬਣਨ ਦੇ ਲਈ ਤੁਹਾਨੂੰ ਟੀਚਿੰਗ ਮੈਥਡਸ ਬਾਰੇ ਪਤਾ ਹੋਣਾ ਚਾਹੀਦਾ ਕਿ ਤੁਸੀਂ ਪੜ੍ਹਾਉਣਾ ਕਿਵੇਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ। ਠੀਕ ਹੈ ਜੀ। ਤਾਂ ਇਹ ਪੜ੍ਹਾਉਣ ਦੇ ਕਈ ਤਰੀਕੇ ਹੁੰਦੇ ਨੇ, ਤਾਂ ਉਹ ਤਰੀਕੇ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਹਾਂ। ਤਾਂ ਇਹ 10 ਟਾਈਪ ਦੇ ਜਿਹੜੇ ਤੁਹਾਡੇ 10 ਇਹਦੇ ਟਾਈਪਸ ਨੇ ਆਪਣੇ ਟੀਚਿੰਗ ਮੈਥਡਸ ਦੇ। ਸਭ ਤੋਂ ਪਹਿਲਾ ਜਿਹੜਾ ਟਾਈਪ ਹੈ ਉਹ ਹੈ ਸਟੋਰੀ ਟੈਲਿੰਗ ਮੈਥਡ। ਦੂਸਰਾ ਜਿਹੜਾ ਆਪਣਾ ਮੈਥਡ ਹੈ ਉਹ ਹੈ ਟੈਕਸਟ ਬੁੱਕ ਮੈਥਡ, ਜਿਹੜਾ ਕਿ ਕਿਤਾਬਾਂ ਦਾ ਆਪਾਂ ਯੂਜ਼ ਕਰਦੇ ਹਾਂ। ਠੀਕ ਹੈ ਜੀ। ਤੀਸਰਾ ਜਿਹੜਾ ਆਪਣਾ ਮੈਥਡ ਹੈ ਇਹ ਆਪਣਾ ਲੈਕਚਰ ਮੈਥਡ, ਜਿਹੜਾ ਕਿ ਇੱਕ ਬਹੁਤ ਟ੍ਰੈਡੀਸ਼ਨਲ ਅਤੇ ਪੁਰਾਣਾ ਮੈਥਡ ਹੈ। ਅਗਲਾ ਜਿਹੜਾ ਆਪਣਾ ਮੈਥਡ ਹੈ ਉਹ ਹੈ ਡੈਮੋਨਸਟ੍ਰੇਸ਼ਨ ਮੈਥਡ, ਜਿਹਦੇ ਵਿੱਚ ਆਪਾਂ ਵੀਡੀਓ ਪ੍ਰੋਜੈਕਟਰ ਦੇ ਰਾਹੀਂ ਜੋ ਆਪਾਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ। ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਮੈਥਡ ਹੈ ਉਹ ਹੈ ਆਪਣਾ ਟਿਊਟੋਰੀਅਲ ਮੈਥਡ, ਜਿਹਨੂੰ ਆਪਾਂ ਝਲਕ ਕਹਿੰਦੇ ਹਾਂ ਜਾਂ ਟ੍ਰੇਲਰ ਕਹਿੰਦੇ ਹਾਂ। ਠੀਕ ਹੈ ਜੀ। ਇਹਨਾਂ ਬਾਰੇ ਆਪਾਂ ਅੱਗੇ ਡਿਟੇਲ ਦੇ ਵਿੱਚ ਪੜ੍ਹਾਂਗੇ। ਇਹ ਤੁਹਾਡੀ ਇੱਕ ਆਪਾਂ ਓਵਰਵਿਊ ਤੁਹਾਨੂੰ ਦੇ ਰਹੇ ਹਾਂ ਕਿ ਕਿਹੜੇ ਕਿਹੜੇ ਟੌਪਿਕ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਅਗਲਾ ਜਿਹੜਾ ਆਪਣਾ ਮੈਥਡ ਹੈ ਉਹ ਹੈ ਕੁਐਸਚਨ ਆਨਸਰ ਮੈਥਡ, ਪ੍ਰਸ਼ਨ ਉੱਤਰ ਵਿਧੀ ਜਿਹਨੂੰ ਆਪਾਂ ਕਹਿੰਦੇ ਹਾਂ। ਅਗਲਾ ਜਿਹੜਾ ਆਪਣਾ ਮੈਥਡ ਹੈ ਉਹ ਹੈ ਡਿਸਕਸ਼ਨ ਮੈਥਡ। ਅਗਲਾ ਜਿਹੜਾ ਆਪਣਾ ਮੈਥਡ ਹੈ ਉਹ ਹੈ ਹਰਿਸਟਿਕ ਮੈਥਡ ਅਤੇ ਪ੍ਰੋਜੈਕਟ ਮੈਥਡ ਅਤੇ ਡਿਸਕਵਰੀ ਮੈਥਡ। ਠੀਕ ਹੈ ਜੀ। ਇਹ 10 ਮੈਥਡ ਨੇ ਤੁਹਾਡੇ। ਇੱਕ ਇੱਕ ਮੈਥਡ ਬਾਰੇ ਪੂਰੇ ਡਿਟੇਲ ਦੇ ਵਿੱਚ ਆਪਾਂ ਕਵਰ ਕਰਾਂਗੇ। ਇੱਥੋਂ ਤੁਹਾਡੇ ਹਰ ਵਾਰ ਤੁਹਾਨੂੰ ਪਤਾ ਹੈ ਕਿ CTET PSTET ਜਿੰਨੇ ਵੀ ਤੁਹਾਡੇ ਪੇਪਰ ਨੇ ਜਿਨ੍ਹਾਂ ਦੇ ਵਿੱਚ CDP ਬਾਰੇ ਤੁਹਾਨੂੰ ਪੁੱਛਿਆ ਜਾਂਦਾ ਹੈ, ਤਾਂ ਟੀਚਿੰਗ ਮੈਥਡ ਇਹਦਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ। ਤਾਂ ਇਹ ਟੌਪਿਕ ਤੁਸੀਂ ਕਦੇ ਵੀ ਮਿਸ ਨਾ ਕਰੋ। ਠੀਕ ਹੈ ਜੀ। ਤਾਂ ਸਟਾਰਟ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾ ਜਿਹੜਾ ਮੈਥਡ ਹੈ ਉਹ ਸਟੋਰੀ ਟੈਲਿੰਗ ਮੈਥਡ। ਤੁਹਾਨੂੰ ਪਤਾ ਕਿ ਆਪਣੇ ਜਿੰਨੇ ਵੀ ਸੈਸ਼ਨ ਅਪਲੋਡ ਹੁੰਦੇ ਨੇ, ਆਪਣੇ ਸੈਸ਼ਨ ਦੇ ਵਿੱਚ ਕਦੇ ਵੀ ਤੁਹਾਨੂੰ ਫਾਲਤੂ ਕੰਟੈਂਟ ਨਹੀਂ ਮਿਲੂਗਾ ਜਿਹਦੇ ਨਾਲ ਤੁਹਾਡਾ ਟਾਈਮ ਵੇਸਟ ਹੋਵੇ। ਠੀਕ ਹੈ ਜੀ। ਕਿਉਂਕਿ ਆਪਾਂ ਟਾਈਮ ਦੀ ਬਹੁਤ ਕਦਰ ਕਰਦੇ ਹਾਂ। ਟਾਈਮ ਸਭ ਦੇ ਲਈ ਬਹੁਤ ਪ੍ਰੀਸ਼ੀਅਸ ਹੁੰਦਾ ਹੈ। ਟਾਈਮ ਦੀ ਕਦਰ ਕਰੋਗੇ ਤਾਂ ਟਾਈਮ ਵੀ ਤੁਹਾਡੀ ਕਦਰ ਕਰੂਗਾ। ਠੀਕ ਹੈ ਜੀ। ਤਾਂ ਇਸ ਲਈ ਆਪਾਂ ਜੋ ਵੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਉਹ ਪੂਰਾ ਮਤਲਬ ਨਿਚੋੜ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਤਾਂ ਕਿ ਤੁਹਾਡਾ ਟਾਈਮ ਵੇਸਟ ਨਾ ਹੋਵੇ, ਅਤੇ ਪੁਆਇੰਟ ਟੂ ਪੁਆਇੰਟ ਆਪਾਂ ਗੱਲ ਕਰਦੇ ਹਾਂ, ਅਤੇ ਸਾਰੇ ਪੁਆਇੰਟ ਤੁਸੀਂ ਕਾਪੀ ਪੈਨ ਆਪਣਾ ਨਾਲ ਰੱਖੋ ਅਤੇ ਨਾਲ ਦੀ ਨਾਲ ਨੋਟ ਕਰਦੇ ਜਾਓ। ਠੀਕ ਹੈ ਜੀ। ਤਾਂ ਇਹ ਤੁਹਾਨੂੰ ਇੱਕ ਇੱਕ ਪੁਆਇੰਟ ਤੁਹਾਡੇ ਲਈ ਬਹੁਤ ਕੀਮਤੀ ਹੈ, ਤੁਹਾਨੂੰ ਬਹੁਤ ਫਾਇਦਾ ਦੇਊਗਾ। ਸਟੋਰੀ ਟੈਲਿੰਗ ਮੈਥਡ। ਠੀਕ ਹੈ ਜੀ। ਸਭ ਤੋਂ ਪਹਿਲਾ ਜਿਹੜਾ ਮੈਥਡ ਹੈ ਉਹ ਸਟੋਰੀ ਟੈਲਿੰਗ ਮੈਥਡ। ਸਭ ਤੋਂ ਪਹਿਲਾਂ ਤਾਂ ਇਹ ਬਹੁਤ ਪੁਰਾਣਾ ਮੈਥਡ ਹੈ। ਠੀਕ ਹੈ ਜੀ। ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਸਟੋਰੀ ਟੈਲਿੰਗ ਮੈਥਡ ਜਿਹੜਾ ਆਪਾਂ ਕਹਾਣੀਆਂ, ਦਾਦੀ ਨਾਨੀ ਦੀਆਂ ਆਪਾਂ ਕਹਾਣੀਆਂ ਸੁਣਦੇ ਹਾਂ। ਠੀਕ ਹੈ ਜੀ। ਸਟੋਰੀ ਆਪਾਂ ਨੂੰ ਸੁਣਾਉਂਦੇ ਨੇ, ਤਾਂ ਇਹ ਆਪਾਂ ਲਰਨਿੰਗ ਕਰਨੀ ਹੈ, ਯਾਨੀ ਕਿ ਇਹ ਲਰਨਿੰਗ ਦੇ ਪਰਸਪੈਕਟਿਵ ਦੇ ਨਾਲ ਆਪਾਂ ਪੜ੍ਹ ਰਹੇ ਹਾਂ ਕਿ ਆਪਾਂ ਸਿੱਖ ਰਹੇ ਹਾਂ। ਤਾਂ ਸਟੋਰੀ ਦੇ ਰਾਹੀਂ ਵੀ ਆਪਾਂ ਬਹੁਤ ਕੁਝ ਸਿੱਖਦੇ ਹਾਂ, ਕਿਉਂਕਿ ਆਪਣੀ ਕਰਿਓਸਿਟੀ ਵੱਧਦੀ ਹੈ। ਜਦੋਂ ਆਪਾਂ ਛੋਟੇ ਹੁੰਦੇ ਕਹਾਣੀਆਂ ਸੁਣਦੇ ਸੀ ਦਾਦੀ ਤੋਂ ਜਾਂ ਨਾਨੀ ਤੋਂ, ਤਾਂ ਉਹਦੇ ਨਾਲ ਆਪਾਂ ਬਹੁਤ ਕਰਿਓਸਿਟੀ ਦੇ ਨਾਲ ਸੁਣਦੇ ਸੀ। ਆਪਾਂ ਨੂੰ ਬਹੁਤ ਜਾਣਨ ਦੀ ਇੱਛਾ ਹੁੰਦੀ ਸੀ ਕਿ ਅੱਗੇ ਕੀ ਹੋਊਗਾ, ਅੱਗੇ ਕੀ ਹੋਊਗਾ। ਠੀਕ ਹੈ ਜੀ। ਤਾਂ ਇਹ ਉਹ ਮੈਥਡ ਹੈ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਉਹ ਹੈ ਓਲਡੈਸਟ ਮੈਥਡ, ਕਿ ਸਭ ਤੋਂ ਪੁਰਾਣਾ ਮੈਥਡ ਕਿਹੜਾ ਤੁਹਾਨੂੰ ਕੁਐਸਚਨ ਆ ਸਕਦਾ, ਤਾਂ ਸਟੋਰੀ ਟੈਲਿੰਗ ਮੈਥਡ ਸਭ ਤੋਂ ਪੁਰਾਣਾ ਮੈਥਡ ਹੈ। ਠੀਕ ਹੈ ਜੀ। ਸਭ ਤੋਂ ਓਲਡੈਸਟ ਮੈਥਡ ਇਹਨੂੰ ਮੰਨਿਆ ਗਿਆ। ਇਹ ਤੁਸੀਂ ਯਾਦ ਰੱਖਣਾ ਅਤੇ ਇਹ ਪੁਆਇੰਟ ਤੁਸੀਂ ਨੋਟ ਕਰ ਲੈਣਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਇਹ ਟੀਚਰ ਸੈਂਟਰਡ ਹੈ, ਨਾ ਕਿ ਲਰਨਰ ਸੈਂਟਰਡ ਹੈ। ਇਹ ਤਾਂ ਆਪਾਂ ਨੂੰ ਸਭ ਨੂੰ ਪਤਾ ਹੀ ਹੈ
ਕਿ ਟੀਚਰ ਇਹਦੇ ਵਿੱਚ ਆਪਾਂ ਨੂੰ ਸਟੋਰੀ ਦੱਸਦਾ। ਟੀਚਰ ਯਾਨੀ ਕਿ ਜੇਕਰ ਆਪਾਂ ਪਰਿਵਾਰ ਦੇ ਤੌਰ 'ਤੇ ਦੇਖੀਏ ਤਾਂ ਆਪਣੀ ਦਾਦੀ ਨਾਨੀ ਉਹ ਆਪਣੇ ਟੀਚਰ ਨੇ, ਠੀਕ ਹੈ ਜੀ। ਤਾਂ ਉਹ ਸਿਰਫ ਉਹਦੇ ਵਿੱਚ ਬੋਲਦੇ ਨੇ, ਉਹੀ ਆਪਾਂ ਨੂੰ ਸਮਝਾਉਂਦੇ ਨੇ, ਆਪਣੀ ਇਨਵੋਲਵਮੈਂਟ ਨਹੀਂ ਹੁੰਦੀ, ਆਪਾਂ ਸਿਰਫ ਸੁਣਨਾ ਹੁੰਦਾ ਅਤੇ ਹੁੰਗਾਰਾ ਭਰਨਾ ਹੁੰਦਾ, ਠੀਕ ਹੈ ਜੀ। ਤਾਂ ਟੀਚਰ ਸੈਂਟਰਡ ਅਪਰੋਚ ਹੈ ਇਹ ਜਿਹੜੀ ਸਟੋਰੀ ਟੈਲਿੰਗ ਮੈਥਡ ਹੈ। ਤਾਂ ਇਹ ਵੀ ਕੁਐਸਚਨ ਬਣਦਾ ਹੁੰਦਾ ਕਿ ਸਟੂਡੈਂਟ ਸੈਂਟਰਡ ਹੈ ਜਾਂ ਟੀਚਰ ਸੈਂਟਰਡ, ਠੀਕ ਹੈ ਜੀ। ਤਾਂ ਸਟੋਰੀ ਟੈਲਿੰਗ ਮੈਥਡ ਇੱਕ ਟੀਚਰ ਸੈਂਟਰਡ ਮੈਥਡ ਹੈ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਇਹਦਾ ਫਾਇਦਾ ਹੋਰ ਕੀ ਹੈ, ਇਨਕਰੀਜ਼ ਫੋਕਸ ਐਂਡ ਕੌਨਸਨਟ੍ਰੇਸ਼ਨ। ਤਾਂ ਜਦੋਂ ਵੀ ਆਪਾਂ ਕਹਾਣੀ ਸੁਣਦੇ ਹੁੰਦੇ ਹਾਂ, ਬੇਸ਼ੱਕ ਉਹ ਆਪਾਂ ਟੀਚਰ ਤੋਂ ਸੁਣੀਏ, ਬੇਸ਼ੱਕ ਉਹ ਆਪਾਂ ਦਾਦੀ ਨਾਨੀ ਤੋਂ ਸੁਣੀਏ, ਤਾਂ ਆਪਣੀ ਕੌਨਸਨਟ੍ਰੇਸ਼ਨ ਅਤੇ ਫੋਕਸ ਬਹੁਤ ਜ਼ਿਆਦਾ ਹੁੰਦਾ। ਆਪਾਂ ਖੁੱਬੇ ਹੁੰਦੇ ਹਾਂ ਉਹਦੇ ਵਿੱਚ, ਆਪਾਂ ਨੂੰ ਹੋਰ ਕੋਈ ਚੀਜ਼ਾਂ ਯਾਦ ਨਹੀਂ ਹੁੰਦੀਆਂ। ਤਾਂ ਇਹ ਚੀਜ਼ ਨਾਲ ਕੀ ਹੁੰਦਾ, ਆਪਣੀ ਪ੍ਰੈਕਟਿਸ ਹੁੰਦੀ ਹੈ। ਜਿਵੇਂ ਆਪਾਂ ਫਿਜ਼ੀਕਲੀ ਪ੍ਰੈਕਟਿਸ ਕਰਦੇ ਹਾਂ, ਆਪਣੇ ਮਸਲਸ ਗੇਨ ਕਰਦੇ ਹਾਂ, ਜੇਕਰ ਆਪਾਂ ਆਪਣੇ ਦਿਮਾਗ ਨੂੰ ਗੇਨ ਕਰਨਾ ਤਾਂ ਆਪਾਂ ਨੂੰ ਫੋਕਸ ਕਰਨਾ ਪਊਗਾ, ਕਨਸਨਟ੍ਰੇਸ਼ਨ ਕਰਨੀ ਪਊਗੀ। ਜਦੋਂ ਹੀ ਆਪਾਂ ਲਗਾਤਾਰ ਇਹ ਚੀਜ਼ਾਂ ਕਰਾਂਗੇ ਤਾਂ ਆਪਣਾ ਦਿਮਾਗ ਹੈ ਜਿਹੜਾ ਉਹ ਫੋਕਸਡ ਹੋਣ ਲੱਗ ਜੂਗਾ, ਆਪਣੀ ਕਨਸਨਟ੍ਰੇਸ਼ਨ ਵਧਣ ਲੱਗ ਜੂਗੀ। ਤਾਂ ਜਿਹੜਾ ਇਹ ਸਟੋਰੀ ਟੈਲਿੰਗ ਮੈਥਡ ਹੈ, ਇਨਕਰੀਜ਼ ਕਰਦਾ ਇਹ ਫੋਕਸ ਅਤੇ ਕੌਨਸਨਟ੍ਰੇਸ਼ਨ। ਇਹ ਯਾਦ ਰੱਖਿਓ ਤੁਸੀਂ, ਬਹੁਤ ਇੰਪੋਰਟੈਂਟ ਪੁਆਇੰਟ ਹੈ। ਡਿਵੈਲਪਿੰਗ ਇਮੈਜੀਨੇਸ਼ਨ ਪਾਵਰ ਐਂਡ ਰੀਜ਼ਨਿੰਗ ਪਾਵਰ, ਠੀਕ ਹੈ ਜੀ। ਲੌਜੀਕਲ ਰੀਜ਼ਨਿੰਗ, ਇਮੈਜੀਨੇਸ਼ਨ ਮਤਲਬ ਜਦੋਂ ਆਪਾਂ ਸਟੋਰੀਜ਼ ਸੁਣਦੇ ਸੀਗੇ ਦਾਦੀ ਜਾਂ ਨਾਨੀ ਤੋਂ, ਤਾਂ ਉਹ ਇੱਕ ਇਮੈਜੀਨੇਟਿਵ ਸਟੋਰੀਜ਼ ਸੁਣਦੇ ਸੀ। ਮਤਲਬ ਉਹ ਬਣੀਆਂ ਬਣਾਈਆਂ ਇੱਕ ਕਹਾਣੀਆਂ ਹੁੰਦੀਆਂ ਸੀ, ਉਹ ਰਿਐਲਿਟੀ ਨਹੀਂ ਹੁੰਦੀ ਸੀ, ਉਹ ਇੱਕ ਇਮੈਜੀਨੇਸ਼ਨ ਪਾਵਰ ਹੁੰਦੀ ਸੀ। ਤਾਂ ਆਪਾਂ ਉੱਥੇ ਪਹੁੰਚ ਜਾਂਦੇ ਸੀ, ਆਪਣਾ ਦਿਮਾਗ ਉੱਥੇ ਪਹੁੰਚ ਜਾਂਦਾ ਸੀ, ਆਪਣੇ ਮਾਈਂਡ ਦੇ ਵਿੱਚ ਉਹ ਇਮੇਜ, ਫੋਟੋਆਂ ਆਪਣੇ ਉਹ ਆਉਣ ਲੱਗ ਜਾਂਦੀਆਂ ਸੀ ਜਦੋਂ ਆਪਾਂ ਉਹ ਕਹਾਣੀਆਂ ਸੁਣਦੇ ਸੀ। ਤਾਂ ਜਿਹੜੀ ਇਮੈਜੀਨੇਸ਼ਨ ਪਾਵਰ ਹੈ ਇਹਦੇ ਨਾਲ ਆਪਣੀ ਡਿਵੈਲਪ ਹੁੰਦੀ ਆ, ਬਹੁਤ ਇੰਪੋਰਟੈਂਟ ਪੁਆਇੰਟ ਹੈ ਇਹ। ਅਤੇ ਰੀਜ਼ਨਿੰਗ ਪਾਵਰ, ਆਪਾਂ ਮਤਲਬ ਜਦੋਂ ਆਪਾਂ ਕਹਾਣੀ ਸੁਣਦੇ ਸੀ, ਜੇਕਰ ਆਪਾਂ ਨੂੰ ਕੁਛ ਉਹਦੇ ਵਿੱਚ ਕੁਛ ਲੱਗਦਾ ਸੀ ਤਾਂ ਆਪਾਂ ਉਹ ਪੁੱਛਦੇ ਸੀ ਕਿ ਇਹ ਕਿਵੇਂ ਹੋ ਸਕਦਾ। ਤਾਂ ਇਹਦੇ ਨਾਲ ਕੀ ਹੁੰਦਾ, ਇਹਦੇ ਨਾਲ ਆਪਣੀ ਰੀਜ਼ਨਿੰਗ ਪਾਵਰ ਹੈ ਜਿਹੜੀ ਉਹ ਵੱਧਦੀ ਹੈ, ਠੀਕ ਹੈ ਜੀ। ਅਤੇ ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਗੁੱਡ ਵੋਕੈਬਲਰੀ, ਠੀਕ ਹੈ ਜੀ। ਜਦੋਂ ਆਪਾਂ ਟੀਚਰ ਤੋਂ ਆਪਾਂ ਕਹਾਣੀ ਸੁਣਾਂਗੇ ਤਾਂ ਉਹ ਆਪਾਂ ਨੂੰ ਇਹੋ ਜਿਹੇ ਸ਼ਬਦ ਜਿਹੜੇ ਆਪਾਂ ਕਦੇ ਵੀ ਨਹੀਂ ਸੁਣੇ ਹੋਣੇ, ਤਾਂ ਉਹ ਆਪਣੇ ਸ਼ਬਦ ਆਪਣੇ ਸਾਹਮਣੇ ਆਉਣਗੇ। ਤਾਂ ਆਪਣੀ ਜਿਹੜੀ ਵੋਕੈਬ ਹੈ ਉਹ ਵੀ ਆਪਣੀ ਇਹਦੇ ਨਾਲ ਗੁੱਡ ਹੋਊਗੀ, ਇਹ ਤੁਸੀਂ ਯਾਦ ਰੱਖਿਓ। ਸਟੋਰੀ ਮਸਟ ਵੀ ਇਫੈਕਟਿਵ, ਤਾਂ ਇਹਦੇ ਵਿੱਚ ਤੁਸੀਂ ਧਿਆਨ ਕੀ ਰੱਖਣਾ ਕਿ ਜਿਹੜੀ ਤੁਹਾਡੀ ਸਟੋਰੀ ਹੈ ਉਹ ਇਫੈਕਟਿਵ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਉਹਦੇ ਵਿੱਚ ਕੋਈ ਨਾ ਕੋਈ ਇਫੈਕਟਿਵਨੈਸ ਹੋਣੀ ਚਾਹੀਦੀ ਹੈ, ਜਿਹਦੇ ਨਾਲ ਜਿਹੜਾ ਬੱਚਾ ਹੈਗਾ ਜਾਂ ਸਟੂਡੈਂਟ ਹੈ ਉਹ ਤੁਹਾਡੇ ਵੱਲ ਅਟਰੈਕਟ ਹੋਵੇ, ਉਹ ਤੁਹਾਡੇ ਤੋਂ ਜਾਣਨ ਦੀ ਇੱਛਾ ਪ੍ਰਗਟ ਕਰੇ, ਕਰਿਓਸਿਟੀ ਉਹਦੇ ਅੰਦਰ ਜਿਹੜੀ ਹੋਵੇ। ਜਿਵੇਂ ਕਿ ਗਾਂਧੀ ਜੀ ਦੇ ਜੀਵਨ ਦੇ ਉੱਤੇ ਜੇ ਆਪਾਂ ਗਾਂਧੀ ਜੀ ਬਾਰੇ ਦੱਸੀਏ, ਜਾਂ ਕੋਈ ਵੀ ਆਪਣੇ ਮਹਾਨ ਲੀਡਰ ਹੋਏ ਨੇ, ਠੀਕ ਹੈ ਜੀ, APJ ਅਬਦੁਲ ਕਲਾਮ, ਠੀਕ ਹੈ ਜੀ, ਸਰਦਾਰ ਭਗਤ ਸਿੰਘ, ਊਧਮ ਸਿੰਘ ਆਪਣੇ ਸ਼ਹੀਦ ਹੋਏ ਨੇ, ਠੀਕ ਹੈ ਜੀ, ਸਾਇੰਟਿਸਟ ਹੋਏ ਨੇ ਆਪਣੇ, ਜਾਂ ਇਮੈਜੀਨੇਟਿਵ ਕਹਾਣੀਆਂ ਹੁੰਦੀਆਂ ਜਿਹੜੀਆਂ ਆਪਾਂ ਦਾਦੀ ਨਾਨੀ ਤੋਂ ਸੁਣਦੇ ਹਾਂ। ਤਾਂ ਇਹ ਚੀਜ਼ ਸਬਜੈਕਟ ਤੁਹਾਡਾ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਸਟੂਡੈਂਟ ਨੂੰ ਖਿੱਚੇ, ਠੀਕ ਹੈ ਜੀ। ਤਾਂ ਇਹ ਤੁਹਾਡਾ ਸਟੋਰੀ ਟੈਲਿੰਗ ਮੈਥਡ ਦੇ ਬਾਰੇ ਆਪਾਂ ਇਹ ਜਿਹੜਾ ਪਹਿਲਾਂ ਇਹ ਪੜ੍ਹਿਆ ਹੈਗਾ, ਤਾਂ ਬਹੁਤ ਇੰਪੋਰਟੈਂਟ ਹੈ। ਇਹ ਸਾਰੇ ਪੁਆਇੰਟ ਤੁਸੀਂ ਨੋਟ ਕਰ ਲਿਓ, ਤੁਹਾਨੂੰ ਇਹਦੇ ਵਿੱਚੋਂ ਕੁਐਸਚਨ ਬਣ ਸਕਦਾ। ਡੀਮੈਰਿਟਸ ਆਪਾਂ ਪੜ੍ਹਨੀਆਂ ਨੇ, ਖਾਮੀਆਂ, ਕਿਉਂਕਿ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਜੇਕਰ ਆਪਾਂ ਕਿਸੇ ਚੀਜ਼ ਦੇ ਚੰਗੇ ਪੱਖ ਦੇਖਾਂਗੇ, ਇਹ ਨਹੀਂ ਕਿ ਉਹਦੇ ਸਿਰਫ ਚੰਗੇ ਪੱਖ ਹੋਣ। ਦੁਨੀਆ ਦੇ ਉੱਤੇ ਇਹੋ ਜਿਹੀ ਕੋਈ ਚੀਜ਼ ਨਹੀਂ ਕਿ ਸਿਰਫ ਜਿਹਦੇ ਚੰਗੇ ਪੱਖ ਹੋਣ, ਮਾੜਾ ਪੱਖ ਨਾ ਹੋਵੇ, ਠੀਕ ਹੈ ਜੀ। ਤਾਂ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਇਹਨੂੰ ਸੁਣਾਂਗੇ ਤਾਂ ਆਪਾਂ ਸਿਰਫ ਸੁਣਾਂਗੇ, ਆਪਣੀ ਜ਼ਿਆਦਾ ਇਨਵੋਲਵਮੈਂਟ ਨਹੀਂ ਹੋਊਗੀ। ਤਾਂ ਪੈਸਿਵ ਲਿਸਨਿੰਗ, ਜੇਕਰ ਕਹਾਣੀ ਬੋਰਿੰਗ ਹੋਊ ਤਾਂ ਤੁਸੀਂ ਬੋਰ ਹੋ ਜਾਓਗੇ, ਠੀਕ ਹੈ ਜੀ। ਤਾਂ ਇਹ ਹੋ ਸਕਦਾ ਪੈਸਿਵ ਲਿਸਨਿੰਗ, ਮਤਲਬ ਤੁਸੀਂ ਚੰਗੀ ਤਰ੍ਹਾਂ ਨਹੀਂ ਸੁਣ ਰਹੇ, ਤੁਹਾਨੂੰ ਨੀਂਦ ਆ ਰਹੀ ਹੈ, ਇਹ ਵੀ ਹੋ ਸਕਦਾ। ਨੋਟ ਕ੍ਰੀਏਟਿਵ, ਇਹਦੇ ਨਾਲ ਤੁਹਾਡਾ ਮਾਈਂਡ, ਜੇ ਕਹਾਣੀ ਵਧੀਆ ਨਹੀਂ ਹੈਗੀ, ਇੰਟਰਸਟਿੰਗ ਨਹੀਂ ਹੈਗੀ, ਜਦੋਂ ਤੁਸੀਂ ਨਹੀਂ ਸਿੱਖ ਰਹੇ ਤਾਂ ਤੁਸੀਂ ਕ੍ਰੀਏਟਿਵ ਕਦੇ ਵੀ ਨਹੀਂ ਬਣੋਗੇ। ਤੀਸਰਾ ਹੈਗਾ ਆਪਣਾ ਬੋਰਿੰਗ, ਤੁਹਾਨੂੰ ਬੋਰਿੰਗ ਵੀ ਫੀਲ ਹੋ ਸਕਦਾ। ਤਾਂ ਇਹਦੀਆਂ ਡੀਮੈਰਿਟਸ ਨੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਮੈਥਡ ਹੈ ਉਹ ਹੈ ਟੈਕਸਟ ਬੁੱਕ ਮੈਥਡ, ਜਿਹੜਾ ਕਿ ਆਪਾਂ ਮਿਡਲ ਕਲਾਸਿਸ ਦੇ ਵਿੱਚ ਜ਼ਿਆਦਾ ਯੂਜ਼ ਕਰਦੇ ਹਾਂ। ਛੋਟੀਆਂ ਕਲਾਸਿਸ ਦੇ ਵਿੱਚ ਵੀ ਇਹਦਾ ਬਹੁਤ ਯੂਜ਼ ਹੁੰਦਾ, 5th ਕਲਾਸ 4th ਕਲਾਸ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਹੜੇ ਮੈਂ ਪੁਆਇੰਟ ਇਹ ਲਿਖੇ ਨੇ ਤੁਸੀਂ ਐਜ਼ ਇਟ ਇਜ਼ ਕਾਪੀ ਦੇ ਉੱਤੇ ਨੋਟ ਕਰ ਲਿਓ, ਬਹੁਤ ਕੰਮ ਦੇਣਗੇ ਤੁਹਾਨੂੰ। ਸਭ ਤੋਂ ਪਹਿਲਾਂ ਤਾਂ ਇਹ ਟੀਚਰ ਸੈਂਟਰਡ ਹੈ, ਠੀਕ ਹੈ ਜੀ। ਇਹ ਤੁਹਾਨੂੰ ਪੁੱਛਣਗੇ ਕਿ ਜੇ ਤੁਹਾਡਾ ਟੈਕਸਟ ਬੁੱਕ ਮੈਥਡ ਹੈ ਇਹ ਕਿਹੜਾ ਹੈਗਾ, ਲਰਨਰ ਸੈਂਟਰਡ ਹੈ ਜਾਂ ਟੀਚਰ ਸੈਂਟਰਡ ਹੈ। ਤਾਂ ਟੈਕਸਟ ਬੁੱਕ ਮੈਥਡ ਹਮੇਸ਼ਾ ਕੀ ਹੁੰਦਾ, ਟੀਚਰ ਸੈਂਟਰਡ ਹੁੰਦਾ, ਠੀਕ ਹੈ ਜੀ। ਟੈਕਸਟ ਬੁੱਕ ਸ਼ੁੱਡ ਬੀ ਪ੍ਰੀਪੇਅਰਡ ਅਕੋਰਡਿੰਗ ਟੂ ਏਜ ਆਫ ਚਾਈਲਡ, ਇੰਟਰਸਟ ਆਫ ਚਾਈਲਡ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਠੀਕ ਹੈ ਜੀ। ਜਿਹੜੀ ਟੈਕਸਟ ਬੁੱਕ ਹੈ ਇਹ ਤਾਂ ਹੈ ਨਹੀਂ ਕਿ ਤੁਸੀਂ PhD ਦੀ ਜਾਂ ਕੋਈ ਵੱਡੀ ਕਲਾਸ MPhil PhD ਜਾਂ MA ਦੀ ਬੁੱਕ ਤੁਸੀਂ 4th ਕਲਾਸ ਦੇ ਬੱਚੇ ਨੂੰ ਪੜ੍ਹਾ ਦੋਗੇ, ਉਹ ਤਾਂ ਕਦੇ ਵੀ ਨਹੀਂ ਹੋ ਸਕਦਾ, ਠੀਕ ਹੈ ਜੀ। ਜਿਹੜੀ ਟੈਕਸਟ ਬੁੱਕ ਤਿਆਰ ਕੀਤੀ ਜਾਂਦੀ ਹੈ ਉਹ ਬੱਚੇ ਦੀ ਏਜ, ਬੱਚੇ ਦੀ ਉਮਰ ਦੇਖੀ ਜਾਂਦੀ ਹੈ ਕਿ ਬੱਚੇ ਦੀ ਉਮਰ ਕਿੰਨੀ ਹੈ, ਅਤੇ ਬੱਚੇ ਦਾ ਇੰਟਰਸਟ ਦੇਖਿਆ ਜਾਂਦਾ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਪਿਕਸ ਹੁੰਦੀਆਂ ਨੇ, ਫੋਟੋਆਂ ਹੁੰਦੀਆਂ ਨੇ ਜ਼ਿਆਦਾ ਬੁੱਕਸ ਦੇ ਵਿੱਚ, ਉਹ ਬੱਚੇ ਦੇ ਇੰਟਰਸਟ ਨੂੰ ਕਾਇਮ ਰੱਖਣ ਦੇ ਲਈ ਕੀਤੀਆਂ ਜਾਂਦੀਆਂ। ਤਾਂ ਇਹ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਟੈਕਸਟ ਬੁੱਕ ਨੂੰ ਪਬਲਿਸ਼ ਕੀਤਾ ਜਾਂਦਾ, ਛਾਪਿਆ ਜਾਂਦਾ, ਠੀਕ ਹੈ ਜੀ। ਤਾਂ ਇਹ ਟੀਚਰ ਸੈਂਟਰਡ ਅਪਰੋਚ ਹੈ, ਕਿਉਂਕਿ ਟੀਚਰ ਹੀ ਦੱਸੂਗਾ ਬੱਚਿਆਂ ਨੂੰ,
ਬੱਚਿਆਂ ਨੂੰ ਟੈਕਸਟ ਬੁੱਕ ਬਾਰੇ ਕੁਛ ਨਹੀਂ ਪਤਾ ਤਾਂ ਟੀਚਰ ਉਹਨਾਂ ਨੂੰ ਸਮਝਾਊਗਾ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਸਾਈਕੋਲੋਜੀ ਬੇਸਡ ਹੁੰਦੀ ਹੈਗੀ, ਠੀਕ ਹੈ ਜੀ। ਬੱਚਿਆਂ ਦਾ ਮਾਈਂਡ ਦੇਖ ਕੇ ਉਹਦੇ ਹਿਸਾਬ ਨਾਲ ਬੁੱਕ ਤਿਆਰ ਕੀਤੀ ਜਾਂਦੀ ਹੈ, ਇਹ ਤੁਸੀਂ ਯਾਦ ਰੱਖਣਾ। ਜਿਵੇਂ ਕਿ ਪਿਕਚਰਸ ਐਡ ਕੀਤੀਆਂ ਜਾਂਦੀਆਂ ਟੈਕਸਟ ਬੁੱਕ ਦੇ ਵਿੱਚ ਬੱਚਿਆਂ ਦਾ ਇੰਟਰਸਟ ਬਣਾਉਣ ਦੇ ਲਈ, ਠੀਕ ਹੈ ਜੀ। ਇਹਦੇ ਨਾਲ ਕੀ ਹੁੰਦਾ ਹੈਗਾ, ਟੈਕਸਟ ਬੁੱਕ ਦੇ ਨਾਲ ਕੀ ਹੁੰਦਾ, ਜਿਹੜਾ ਤੁਹਾਨੂੰ ਇਹ ਆਉਂਦੇ ਹੁੰਦੇ ਨੇ 2 ਪੁਆਇੰਟ, ਲਾਊਡ ਰੀਡਿੰਗ ਅਤੇ ਸਾਇਲੈਂਟ ਰੀਡਿੰਗ। ਇਹ ਕਿਹਦੇ ਮਤਲਬ ਇੰਪੋਰਟੈਂਸ ਕਿਹਦੀ ਹੈ, ਇਹ ਤਾਂ ਇਹ ਆਪਣੀ ਟੈਕਸਟ ਬੁੱਕ ਦੀ ਹੈ। ਤਾਂ ਕਈ ਵਾਰੀ ਟੀਚਰ ਬੱਚਿਆਂ ਨੂੰ ਕਹਿੰਦਾ ਕਿ ਉੱਚੀ ਉੱਚੀ ਪੜ੍ਹ ਕੇ ਸੁਣਾਓ, ਤਾਂ ਉਹਦੇ ਨਾਲ ਬੱਚੇ ਦੀ ਜਿਹੜੀ ਲਾਊਡ ਰੀਡਿੰਗ ਹੈ, ਬੱਚੇ ਦੇ ਬੋਲਣ ਦਾ ਢੰਗ ਹੈ, ਉਹ ਸੁਧਰਦਾ। ਸਾਇਲੈਂਟ ਰੀਡਿੰਗ ਮਤਲਬ ਜਦੋਂ ਜਿਹੜਾ ਆਪਣਾ ਟੀਚਰ ਆ ਉਹ ਕਹਿੰਦਾ ਕਿ ਮਨ ਦੇ ਵਿੱਚ ਤੁਸੀਂ ਪੜ੍ਹਨਾ ਹੈ, ਠੀਕ ਹੈ, ਤਾਂ ਉਹ ਸਾਇਲੈਂਟ ਰੀਡਿੰਗ ਜਿਹੜੀ ਆਪਾਂ ਖੁਦ ਕਰ ਰਹੇ ਹੁੰਦੇ ਹਾਂ। ਤਾਂ ਇਹ 2 ਇਹਦੇ ਬਹੁਤ ਇੰਪੋਰਟੈਂਟ ਪਰਸਪੈਕਟਿਵ ਨੇ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਸਟਰੋਂਗ ਵੋਕੈਬਲਰੀ। ਇਹਦੇ ਵਿੱਚ ਇਹੋ ਜਿਹੇ ਸ਼ਬਦ ਹੁੰਦੇ ਨੇ ਜਿਹੜੇ ਆਪਾਂ ਕਦੇ ਨਹੀਂ ਸੁਣੇ, ਤਾਂ ਜਦੋਂ ਉਹ ਵੋਕੈਬ ਆਪਾਂ ਟੀਚਰ ਤੋਂ ਸੁਣਦੇ ਹਾਂ ਕਿ ਇਹਦੇ ਬਾਰੇ ਮੈਨੂੰ ਦੱਸੋ ਇਹ ਸ਼ਬਦ ਦਾ ਕੀ ਮਤਲਬ ਹੈ, ਤਾਂ ਆਪਣੀ ਵੋਕੈਬਲਰੀ ਹੈ ਜਿਹੜੀ ਉਹ ਆਪਣੀ ਡਿਵੈਲਪ ਹੁੰਦੀ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ, ਸਟਰੋਂਗ ਹੁੰਦੀ ਹੈ ਵੋਕੈਬਲਰੀ। ਤਾਂ ਇਹਦੇ ਬਾਰੇ ਇਹ ਜਿੰਨੇ ਵੀ ਪੁਆਇੰਟ ਨੇ ਇਹ ਤੁਸੀਂ ਨੋਟ ਕਰ ਲਿਓ। ਟੈਕਸਟ ਬੁੱਕ ਮੈਥਡ ਇਹ ਆਪਣਾ ਜਿਹੜਾ ਆਪਾਂ ਸਕੂਲਾਂ ਦੇ ਵਿੱਚ ਆਪਾਂ ਆਮ ਹੀ ਦੇਖਦੇ ਹਾਂ, ਠੀਕ ਹੈ ਜੀ। ਤਾਂ ਇਹ ਜਿਹੜੇ ਮੈਥਡ ਨੇ ਤੁਹਾਡੇ ਪੜ੍ਹਾਉਣ ਦੇ ਮੈਥਡ ਨੇ ਬੱਚਿਆਂ ਨੂੰ, ਕਿ ਤੁਸੀਂ ਕਿਵੇਂ ਸਿਖਾਉਣਾ, ਲਰਨਿੰਗ ਕਿਵੇਂ ਕਰਾਉਣੀ ਹੈ। ਇਹਦੀਆਂ ਡੀਮੈਰਿਟਸ ਨੇ ਕੁਛ ਕੁ, ਠੀਕ ਹੈ ਜੀ। ਡੀਮੈਰਿਟਸ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਰ ਇੱਕ ਸਿੱਕੇ ਦੇ 2 ਪਹਿਲੂ ਹੁੰਦੇ ਨੇ, ਤੇ ਇਹਦੀਆਂ ਖਾਮੀਆਂ ਵੀ ਨੇ। ਲਰਨਰਸ ਆਰ ਪੈਸਿਵ। ਜੇਕਰ ਟੀਚਰ ਇੱਕ ਬੱਚਾ ਬੋਲ ਰਿਹਾ, ਉੱਚੀ ਉੱਚੀ ਪੜ੍ਹ ਰਿਹਾ, ਠੀਕ ਹੈ ਜੀ, ਤਾਂ ਲਰਨਰ ਕਈ ਵਾਰੀ ਬੋਰ ਵੀ ਹੋਣ ਲੱਗ ਜਾਂਦੇ ਨੇ, ਪੈਸਿਵ ਹੋਣ ਲੱਗ ਜਾਂਦੇ ਨੇ, ਸੁਸਤ, ਕਈ ਸੌਂ ਵੀ ਜਾਂਦੇ ਨੇ ਕਲਾਸ ਦੇ ਵਿੱਚ, ਠੀਕ ਹੈ ਜੀ। ਤਾਂ ਪੈਸਿਵ ਲਿਸਨਿੰਗ ਜਿਹਨੂੰ ਆਪਾਂ ਕਹਿੰਦੇ ਹਾਂ, ਇਹਨੂੰ ਆਪਾਂ ਪੈਸਿਵ ਲਿਸਨਿੰਗ ਵੀ ਕਹਿ ਦਿੰਦੇ ਹਾਂ, ਕਿ ਧਿਆਨ ਨਾਲ ਨਹੀਂ ਸੁਣ ਰਿਹਾ ਤਾਂ ਓਬਵੀਅਸ ਉਹ ਬੋਰ ਹੋਊਗਾ। ਤਾਂ ਬੋਰਿੰਗ ਵੀ ਇਹਦਾ ਇੱਕ ਪੁਆਇੰਟ ਹੈ, ਠੀਕ ਹੈ ਜੀ। ਤਾਂ ਇਹਦੀਆਂ ਡੀਮੈਰਿਟਸ ਨੇ, ਜ਼ਿਆਦਾਤਰ ਤੁਹਾਨੂੰ ਇਹਦੇ ਵਿੱਚੋਂ ਪੁੱਛਿਆ ਜਾਊਗਾ, ਠੀਕ ਹੈ ਜੀ। ਇਹ ਪੁਆਇੰਟਸ ਤੁਸੀਂ ਸਾਰੇ ਨੋਟ ਕਰ ਲਿਓ ਟੈਕਸਟ ਬੁੱਕ ਮੈਥਡ ਦੇ, ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਮੈਥਡ ਹੈ ਉਹ ਹੈ ਲੈਕਚਰ ਮੈਥਡ, ਜਿਹੜਾ ਕਿ ਆਪਾਂ ਆਮ ਹੀ ਸਕੂਲਾਂ ਕਾਲਜਾਂ ਦੇ ਵਿੱਚ ਦੇਖਦੇ ਹਾਂ। ਲੈਕਚਰ ਮੈਥਡ ਕੀ ਹੁੰਦਾ, ਇੱਕ ਬੰਦਾ ਜਿਹੜਾ ਉਹ ਮਤਲਬ ਆਪਣਾ ਲੈਕਚਰ ਦੇ ਰਿਹਾ ਹੁੰਦਾ, ਠੀਕ ਹੈ ਜੀ। ਤਾਂ ਇਹ ਸਭ ਤੋਂ ਓਲਡੈਸਟ ਅਤੇ ਟਰੈਡੀਸ਼ਨਲ ਮੈਥਡ ਹੈ। ਸਭ ਤੋਂ ਓਲਡੈਸਟ ਤਾਂ ਆਪਣਾ ਸਟੋਰੀ ਟੈਲਿੰਗ ਹੈ, ਉਸ ਤੋਂ ਓਲਡ ਮਤਲਬ ਜ਼ਿਆਦਾ ਉਸ ਤੋਂ ਓਲਡ ਨਹੀਂ ਆਪਾਂ ਕਹਿ ਸਕਦੇ, ਸਭ ਤੋਂ ਓਲਡ ਤਾਂ ਆਪਣਾ ਸਟੋਰੀ ਟੈਲਿੰਗ ਹੈ। ਬਟ ਇਹਨੂੰ ਵੀ ਇੱਕ ਓਲਡੈਸਟ ਮੈਥਡ ਹੀ ਮੰਨਿਆ ਜਾਂਦਾ, ਇਹਨੂੰ ਟਰੈਡੀਸ਼ਨਲ ਵੀ ਮੰਨਿਆ ਜਾਂਦਾ, ਕਿਉਂਕਿ ਇਹ ਬਹੁਤ ਪੁਰਾਣੇ ਟਾਈਮ ਤੋਂ ਚੱਲਿਆ ਆ ਰਿਹਾ ਹੈ ਲੈਕਚਰ, ਠੀਕ ਹੈ ਜੀ। ਤਾਂ ਲੈਕਚਰ ਮੈਥਡ ਜਿਹੜਾ ਆਪਾਂ ਕਹਿੰਦੇ ਹਾਂ, ਤਾਂ ਸਕੂਲਾਂ ਕਾਲਜਾਂ ਦੇ ਵਿੱਚ ਅੱਜ ਵੀ ਇਹ ਪ੍ਰਯੋਗ ਹੁੰਦਾ ਅਤੇ ਅੱਗੇ ਵੀ ਹੁੰਦਾ ਰਹੂਗਾ। ਇਹ ਟੀਚਰ ਸੈਂਟਰਡ ਹੈ, ਕਿਉਂਕਿ ਇਹਦੇ ਵਿੱਚ ਇੱਕ ਬੰਦਾ ਲੈਕਚਰ ਦੇ ਰਿਹਾ ਹੁੰਦਾ, ਲੈਕਚਰ ਸਟੈਂਡ 'ਤੇ ਖੜ੍ਹ ਕੇ, ਅਤੇ ਬਾਕੀ ਸਾਰੇ ਸੁਣ ਰਹੇ ਹੁੰਦੇ ਨੇ ਚੁੱਪਚਾਪ, ਠੀਕ ਹੈ ਜੀ। ਤਾਂ ਇਹਨੂੰ ਹੋਰ ਕੀ ਕਿਹਾ ਜਾਂਦਾ, ਇਹਨੂੰ ਆਲਸੋ ਕਾਲਡ ਚੌਕ ਐਂਡ ਟਾਕ ਮੈਥਡ, ਠੀਕ ਹੈ ਜੀ। ਚੌਕ ਐਂਡ ਟਾਕ ਦਾ ਕੀ ਮਤਲਬ ਹੈ ਕਿ ਜਿਹੜਾ ਟੀਚਰ ਹੈ ਉਹਦੇ ਹੱਥ ਦੇ ਵਿੱਚ ਚੌਕ ਹੁੰਦਾ, ਬੋਰਡ ਦੇ ਉੱਤੇ ਲਿਖ ਰਿਹਾ ਹੁੰਦਾ, ਅਤੇ ਨਾਲ ਨਾਲ ਉਹ ਸਮਝਾ ਰਿਹਾ ਹੁੰਦਾ ਅਤੇ ਬੋਲ ਰਿਹਾ ਹੁੰਦਾ। ਤਾਂ ਚੌਕ ਐਂਡ ਟਾਕ ਮੈਥਡ ਕਿਹਨੂੰ ਕਿਹਾ ਜਾਂਦਾ, ਲੈਕਚਰ ਮੈਥਡ ਨੂੰ, ਬਹੁਤ ਇੰਪੋਰਟੈਂਟ ਹੈ। ਅਗਲਾ ਤੁਸੀਂ ਧਿਆਨ ਰੱਖਣਾ ਹੈ, ਜਿਹੜਾ ਲੈਕਚਰ ਮੈਥਡ ਹੈ, ਲੈਕਚਰ ਮੈਥਡ ਕਦੇ ਵੀ ਬਿਨਾਂ ਸਿਸਟਮ ਤੋਂ ਨਹੀਂ ਹੋ ਸਕਦਾ। ਜਦੋਂ ਆਪਾਂ ਲੈਕਚਰ ਦੇਣਾ, ਕਿਤੇ ਵੀ ਤੁਸੀਂ ਲੈਕਚਰ ਦੇਣਾ, ਕਾਲਜ 'ਚ ਦੇਣਾ ਜਾਂ ਵੈਸੇ ਤੁਸੀਂ ਸੈਮੀਨਾਰ ਦੇ ਵਿੱਚ ਲੈਕਚਰ ਦੇਣਾ, ਤਾਂ ਉਹ ਲੈਕਚਰ ਨੂੰ ਤੁਸੀਂ ਇੱਕ ਸਿਸਟਮੈਟਿਕ ਤਰੀਕੇ ਨਾਲ ਦਿਓਗੇ। ਇੱਕ ਤੁਸੀਂ ਪਹਿਲਾਂ ਲੈਕਚਰ ਨੂੰ ਪ੍ਰਪੇਅਰ ਕਰਨਾ ਪਊ ਤੁਹਾਨੂੰ, ਕਿ ਮੈਂ ਕੀ ਬੋਲਣਾ, ਕਿਵੇਂ ਬੋਲਣਾ, ਠੀਕ ਹੈ ਜੀ। ਤਾਂ ਇੱਕ ਸਿਸਟਮੈਟਿਕ ਚੀਜ਼ ਹੈ, ਇਹ ਯਾਦ ਰੱਖਿਓ। ਤਾਂ ਇਹ ਪੁਆਇੰਟ ਤੁਸੀਂ ਯਾਦ ਰੱਖਣੇ, ਜਿਵੇਂ ਕਿ ਸਿਸਟਮੈਟਿਕ, ਲੌਜੀਕਲ ਅਤੇ ਇੰਪ੍ਰੈਸਿਵ, ਇਹ ਤਿੰਨੇ ਚੀਜ਼ਾਂ ਦਾ ਧਿਆਨ ਰੱਖਣਾ। ਸਿਸਟਮੈਟਿਕ ਹੋਣਾ ਚਾਹੀਦਾ, ਠੀਕ ਹੈ ਜੀ, ਕਿ ਪਹਿਲਾਂ ਤੁਸੀਂ ਕੀ ਬੋਲਣਾ, ਬਾਅਦ ਦੇ ਵਿੱਚ ਲੈਕਚਰ ਆਪਣਾ ਕਿਵੇਂ ਸਟਾਰਟ ਕਰਨਾ। ਲੌਜੀਕਲ ਹੋਣਾ ਚਾਹੀਦਾ, ਉਹਦੇ ਵਿੱਚ ਕੋਈ ਲੌਜਿਕ ਦੀ ਗੱਲ ਹੋਣੀ ਚਾਹੀਦੀ ਹੈ, ਇਹ ਨਹੀਂ ਕਿ ਤੁਸੀਂ ਫਾਲਤੂ ਲੈਕਚਰ ਦੇ ਰਹੇ ਹੋ ਤਾਂ ਤੁਹਾਡਾ ਲੈਕਚਰ ਬੋਰਿੰਗ ਹੋ ਜਾਊਗਾ। ਇੰਪ੍ਰੈਸਿਵ ਯਾਨੀ ਕਿ ਇੰਪ੍ਰੈਸ ਕਰਨ ਵਾਲਾ ਹੋਣਾ ਚਾਹੀਦਾ, ਕੁਛ ਕੁ ਮਤਲਬ ਗੱਲਾਂ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਧਿਆਨ ਖਿੱਚਣ, ਠੀਕ ਹੈ ਜੀ। ਤਾਂ ਇਸ ਤੋਂ ਬਿਨਾਂ ਤੁਹਾਡਾ ਲੈਕਚਰ ਬੋਰ ਹੋ ਜਾਊਗਾ, ਠੀਕ ਹੈ। ਇਹ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੋਣਾ। ਇੱਕ ਜਦੋਂ ਤੁਸੀਂ ਸਕੂਲ ਦੇ ਵਿੱਚ ਜਾਓਗੇ, ਸਕੂਲ ਦੇ ਵਿੱਚ ਜਾ ਕੇ ਲੈਕਚਰ ਦਿਓਗੇ ਜਾਂ ਕਾਲਜ ਦੇ ਵਿੱਚ ਜਾ ਕੇ ਲੈਕਚਰ ਦਿਓਗੇ, ਠੀਕ ਹੈ ਜੀ, ਤਾਂ ਇਹ ਗੱਲਾਂ ਦਾ ਧਿਆਨ ਰੱਖਣਾ। ਸਿੰਪਲ ਟੂ ਕੰਪਲੈਕਸ ਜਾਣਾ, ਨੋਨ ਟੂ ਅਨਨੋਨ ਜਾਣਾ, ਠੀਕ ਹੈ ਜੀ। ਕੁਐਸ਼ਨਿੰਗ ਆਰ ਦਾ ਇੰਟਰਸਟਿੰਗ ਫੀਚਰਸ, ਠੀਕ ਹੈ ਜੀ। ਇਹ ਇਹਦੇ ਸਾਰੇ ਇੰਟਰਸਟਿੰਗ ਫੀਚਰ ਨੇ। ਜੇਕਰ ਤੁਸੀਂ ਲੈਕਚਰ ਦੇ ਰਹੇ ਹੋ, ਲੈਕਚਰ ਨੂੰ ਤੁਸੀਂ ਵਧੀਆ ਬਣਾਉਣਾ ਚਾਹੁੰਦੇ ਹੋ, ਇੰਟਰਸਟ ਬਣਾਉਣਾ ਚਾਹੁੰਦੇ ਹੋ ਬੱਚਿਆਂ ਦਾ, ਤਾਂ ਕਿਵੇਂ ਬਣਾਓਗੇ, ਸਿੰਪਲ ਟੂ ਕੰਪਲੈਕਸ ਲੈ ਕੇ ਜਾਣਾ। ਸਭ ਤੋਂ ਪਹਿਲਾਂ ਤੁਸੀਂ ਸਿੰਪਲ ਤੋਂ ਸਟਾਰਟ ਕਰਨਾ, ਅਤੇ ਹੌਲੀ ਹੌਲੀ ਤੁਸੀਂ ਡੀਪਲੀ ਲੈ ਕੇ ਜਾਣਾ ਬੱਚਿਆਂ ਨੂੰ। ਨੋਨ ਟੂ ਅਨਨੋਨ ਮਤਲਬ ਜਿਹੜੀਆਂ ਗੱਲਾਂ ਉਹ ਆਲਰੇਡੀ ਜਾਣਦੇ ਆ, ਸਭ ਤੋਂ ਪਹਿਲਾਂ ਉਹ ਗੱਲਾਂ ਬਾਰੇ ਤੁਸੀਂ ਮਤਲਬ ਲੈਕਚਰ ਦੇਣਾ। ਤਾਂ ਬੱਚਿਆਂ ਦਾ ਇੰਟਰਸਟ ਬਣ ਗਿਆ ਜਦੋਂ, ਫਿਰ ਤੁਸੀਂ ਅਨਨੋਨ ਵੱਲ ਉਹਨਾਂ ਨੂੰ ਲੈ ਕੇ ਜਾਣਾ। ਕੁਐਸ਼ਨਿੰਗ ਹੁੰਦਾ ਮਤਲਬ ਵਿੱਚ ਦੀ ਤੁਸੀਂ ਆਪਾਂ ਇਨ ਬਿਟਵੀਨ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਬੱਚਿਆਂ ਨੂੰ ਕੁਐਸ਼ਨ ਪੁੱਟ ਕਰ ਸਕਦੇ ਹੋ, ਤਾਂ ਕਿ ਉਹਨਾਂ ਦਾ ਇੰਟਰਸਟ ਬਣਿਆ ਰਹੇ, ਉਹ ਬੋਰ ਵੀ ਨਾ ਹੋਣ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਿਓ। ਤਾਂ ਇਹ ਲੈਕਚਰ ਮੈਥਡ ਦਾ ਜਿਹੜਾ ਇੰਪੋਰਟੈਂਸ ਹੈ ਇਹ, ਠੀਕ ਹੈ ਜੀ। ਤਾਂ ਚੀਪ ਮੈਥਡ ਹੈ ਇਹ ਸਭ ਤੋਂ, ਠੀਕ ਹੈ ਜੀ। ਇਹਨੂੰ ਸਭ ਤੋਂ ਸਸਤਾ ਮੈਥਡ ਆਪਾਂ ਕਹਿ ਸਕਦੇ ਹਾਂ। ਇਹਦੇ ਵਿੱਚ ਤੁਸੀਂ ਖੜ੍ਹ ਕੇ ਬਸ ਲੈਕਚਰ ਦੇਣਾ, ਅਤੇ ਬੱਚੇ ਬਹੁਤ ਕੁਛ ਸਿੱਖਦੇ ਆ ਲੈਕਚਰ ਦੇ ਨਾਲ, ਠੀਕ ਹੈ ਜੀ। ਤਾਂ ਇਹ ਸਾਰੇ ਪੁਆਇੰਟ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ, ਇਹਨਾਂ ਨੂੰ ਨੋਟ ਡਾਊਨ ਕਰ ਲਿਓ, ਤੁਹਾਡੇ ਬਹੁਤ ਕੰਮ ਇਹ ਆਉਣਗੇ। ਡੀਮੈਰਿਟਸ ਇਹਦੀਆਂ ਸੇਮ ਹੀ ਨੇ। ਬੋਰਿੰਗ ਹੋ ਸਕਦਾ, ਜੇਕਰ ਤੁਸੀਂ ਵਧੀਆ ਤਿਆਰੀ ਨਹੀਂ ਕੀਤੀ ਤਾਂ ਬੋਰਿੰਗ ਲੈਕਚਰ ਤੁਹਾਡਾ ਹੋ ਜਾਊਗਾ, ਕੋਈ ਵੀ ਨਹੀਂ ਸੁਣੂਗਾ।
ਅਗੇਂਸਟ ਲਰਨਿੰਗ ਬਾਏ ਡੂਇੰਗ ਹੈ ਇਹ, ਠੀਕ ਹੈ ਜੀ। ਲਰਨਿੰਗ ਬਾਏ ਡੂਇੰਗ ਆਪਾਂ ਜਾਣਦੇ ਹਾਂ ਕਿ ਲਰਨਿੰਗ ਬਾਏ ਡੂਇੰਗ ਆਪਾਂ ਬੱਚਿਆਂ ਨਾਲ ਰਿਲੇਟਡ ਹੁੰਦਾ, ਚਾਈਲਡ ਸੈਂਟਰਡ ਹੁੰਦਾ ਕਿ ਬੱਚੇ ਖੁਦ ਕਰਕੇ ਸਿੱਖਦੇ ਨੇ, ਬਟ ਇਹ ਅਗੇਂਸਟ ਹੈ ਇਹਦੇ, ਕਿਉਂਕਿ ਇਹਦੇ ਵਿੱਚ ਸਿਰਫ ਟੀਚਰ ਬੋਲ ਰਿਹਾ ਹੁੰਦਾ, ਜਿਹੜੀ ਇਨਵੋਲਵਮੈਂਟ ਹੈ ਬੱਚਿਆਂ ਦੀ ਉਹ ਬਹੁਤ ਘੱਟ ਹੁੰਦੀ ਹੈ। ਤਾਂ ਲਰਨਿੰਗ ਬਾਏ ਡੂਇੰਗ ਦੇ ਇਹ ਅਗੇਂਸਟ ਹੈ। ਪੈਸਿਵ ਲਿਸਨਿੰਗ ਇਹਦੇ ਵਿੱਚ ਹੋ ਸਕਦੀ ਹੈ ਜੇਕਰ ਤੁਹਾਡਾ ਲੈਕਚਰ ਦੇ ਵਿੱਚ ਮਤਲਬ ਵਧੀਆ ਤੁਹਾਡਾ ਇੰਟਰਸਟਿੰਗ ਨਹੀਂ ਹੈਗਾ ਤੁਹਾਡਾ ਲੈਕਚਰ, ਤਾਂ ਤੁਹਾਨੂੰ ਕੋਈ ਵੀ ਨਹੀਂ ਸੁਣੂਗਾ, ਠੀਕ ਹੈ ਜੀ। ਤਾਂ ਇਹ ਡੀਮੈਰਿਟਸ ਨੇ, ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਮੈਥਡ ਹੈ ਡੈਮੋਨਸਟ੍ਰੇਸ਼ਨ ਮੈਥਡ, ਠੀਕ ਹੈ ਜੀ। ਇਹਨੂੰ ਆਪਾਂ ਕੀ ਕਹਿੰਦੇ ਆ, ਪ੍ਰਦਰਸ਼ਨ ਵਿਧੀ ਕਹਿ ਸਕਦੇ ਇਹਨੂੰ ਆਪਾਂ, ਠੀਕ ਹੈ ਜੀ। ਡੈਮੋਨਸਟ੍ਰੇਸ਼ਨ ਮੈਥਡ ਇਹ ਵੀ ਇੱਕ ਟੀਚਰ ਸੈਂਟਰਡ ਹੈ, ਠੀਕ ਹੈ ਜੀ। ਇਹ ਜਿੰਨੀਆਂ ਵੀ ਟੀਚਰ ਸੈਂਟਰਡ ਅਪਰੋਚ ਨੇ ਇਹ ਤੁਸੀਂ ਅਲੱਗ ਟਾਈਪ ਨਾਲ ਲਿਖਦੇ ਜਾਇਓ, ਠੀਕ ਹੈ ਜੀ। ਟੀਚਰ ਸੈਂਟਰਡ ਹੈ ਇਹ। ਵੀ ਯੂਜ਼ ਵੀਡੀਓ ਪ੍ਰੋਜੈਕਟਸ ਚਾਰਟਸ ਐਟਸੈਟਰਾ ਇਨ ਦਿਸ ਮੈਥਡ। ਇਹਦੇ 'ਚ ਆਪਾਂ ਕੀ ਕੁਛ ਯੂਜ਼ ਕਰ ਸਕਦੇ ਹਾਂ, ਵੀਡੀਓ ਪ੍ਰੋਜੈਕਟਰ, ਯਾਨੀ ਕਿ ਜੇਕਰ ਤੁਸੀਂ ਕੁਛ ਦਿਖਾਉਣਾ ਚਾਹੁੰਦੇ ਹੋ, ਕੋਈ ਪ੍ਰੋਜੈਕਟ ਦਿਖਾਉਣਾ ਚਾਹੁੰਦੇ ਹੋ, ਜਾਂ ਕੋਈ ਮਤਲਬ ਜਿੱਥੋਂ ਤੱਕ ਆਪਣੀ ਅਪਰੋਚ ਨਹੀਂ ਹੈਗੀ ਆਪਾਂ ਬੱਚਿਆਂ ਨੂੰ ਨਹੀਂ ਲੈ ਕੇ ਜਾ ਸਕਦੇ, ਤਾਂ ਇੰਟਰਨੈਟ ਤੋਂ ਡਾਊਨਲੋਡ ਕਰਕੇ ਪਿਕਚਰਸ ਵੀਡੀਓ ਪ੍ਰੋਜੈਕਟਰ ਦੇ ਰਾਹੀਂ ਤੁਸੀਂ ਦਿਖਾ ਸਕਦੇ ਹੋ, ਵੀਡੀਓਜ਼ ਦਿਖਾ ਸਕਦੇ ਹੋ, ਠੀਕ ਹੈ ਜੀ। ਅਤੇ ਪ੍ਰੋਜੈਕਟ ਤਿਆਰ ਕਰਨ ਲਈ ਕਹਿ ਸਕਦੇ ਹੋ, ਚਾਰਟਸ ਤਿਆਰ ਕਰਨ ਲਈ ਕਹਿ ਸਕਦੇ ਹੋ। ਤਾਂ ਇਹ ਤੁਹਾਡਾ ਡੈਮੋਨਸਟ੍ਰੇਸ਼ਨ ਮੈਥਡ ਹੈ, ਠੀਕ ਹੈ ਜੀ। ਅਗਲਾ ਜਿਹੜਾ ਇਹਦਾ ਪੁਆਇੰਟ ਆ, ਵੀ ਚੂਜ਼ ਦੀਜ਼ ਟੋਪਿਕ ਸੋਲਰ ਸਿਸਟਮ। ਤਾਂ ਕਿਹੜੇ ਟੋਪਿਕ ਆਪਾਂ ਚੂਜ਼ ਕਰ ਸਕਦੇ ਹਾਂ, ਜਿਵੇਂ ਕਿ ਸੋਲਰ ਸਿਸਟਮ, ਇਹ ਇੱਕ ਟੋਪਿਕ ਹੈ। ਜੇ ਆਪਾਂ ਸੋਲਰ ਸਿਸਟਮ ਦੇ ਉੱਤੇ ਗੱਲ ਕਰਨੀ ਹੈ ਤਾਂ ਸੋਲਰ ਸਿਸਟਮ ਤੁਸੀਂ ਬੱਚਿਆਂ ਨੂੰ ਵੀਡੀਓਗ੍ਰਾਫੀ ਰਾਹੀਂ ਦਿਖਾ ਸਕਦੇ ਹੋ ਪ੍ਰੋਜੈਕਟ ਦੇ ਉੱਤੇ, ਅਤੇ ਉਹਨਾਂ ਨੂੰ ਸੋਲਰ ਸਿਸਟਮ ਦੇ ਉੱਤੇ ਪ੍ਰੋਜੈਕਟ ਤਿਆਰ ਕਰਨ ਲਈ ਕਹਿ ਸਕਦੇ ਹੋ, ਚਾਰਟ ਤਿਆਰ ਕਰਨ ਲਈ ਕਹਿ ਸਕਦੇ ਹੋ, ਠੀਕ ਹੈ ਜੀ। ਤਾਂ ਵਾਟਰ ਸਰਕਲ ਜਿਵੇਂ ਇਹ ਵੀ ਇੱਕ ਇਹਦਾ ਇੱਕ ਟੋਪਿਕ ਬਣ ਸਕਦਾ। ਤਾਂ ਇਹ ਬਹੁਤ ਇੰਪੋਰਟੈਂਟ ਟੋਪਿਕ ਨੇ, ਇਹ ਤੁਸੀਂ ਯਾਦ ਰੱਖਿਓ। ਟੀਚਰ ਸੈਂਟਰਡ ਹੈ ਕਿਉਂਕਿ ਟੀਚਰ ਦੇ ਅੰਡਰ ਇਹ ਸਾਰਾ ਕੰਮ ਹੋਣਾ, ਠੀਕ ਹੈ ਜੀ। ਟੀਚਰ ਮਤਲਬ ਇਹਦੇ ਵਿੱਚ ਟੀਚਰ ਉਹਨਾਂ ਨੂੰ ਗਾਈਡ ਕਰੂਗਾ, ਸਭ ਕੁਛ ਟੀਚਰ ਦੱਸੂਗਾ, ਠੀਕ ਹੈ ਜੀ। ਤਾਂ ਟੀਚਰ ਸੈਂਟਰਡ ਅਪਰੋਚ ਹੈ ਇਹ, ਬਹੁਤ ਇੰਪੋਰਟੈਂਟ ਹੈ। ਇਹ ਵੈਰੀ ਇੰਟਰਸਟਿੰਗ ਮੈਥਡ ਹੈ, ਠੀਕ ਹੈ ਜੀ। ਬੋਰਿੰਗ ਮੈਥਡ ਨਹੀਂ ਹੈਗਾ ਇਹ, ਬਹੁਤ ਇੰਟਰਸਟਿੰਗ ਮੈਥਡ ਹੈ। ਇਹਦੇ ਵਿੱਚ ਬੱਚਿਆਂ ਦੀ ਵੀ ਇਨਵੋਲਵਮੈਂਟ ਹੁੰਦੀ ਹੈ। ਐਕਟਿਵ ਰੋਲ ਆਫ ਸਟੂਡੈਂਟ, ਬੇਸ਼ੱਕ ਇਹ ਟੀਚਰ ਸੈਂਟਰਡ ਹੈ ਬਟ ਸਟੂਡੈਂਟਸ ਦਾ ਰੋਲ ਇਹਦੇ ਵਿੱਚ ਐਕਟਿਵ ਹੁੰਦਾ ਬਾਕੀ ਮੈਥਡਸ ਦੇ ਮੁਕਾਬਲੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ, ਤਾਂ ਬਹੁਤ ਇੰਪੋਰਟੈਂਟ ਹੈ। ਜੇ ਡੀਮੈਰਿਟਸ ਆਪਾਂ ਦੇਖੀਏ ਤਾਂ ਡੀਮੈਰਿਟਸ ਸਭ ਦੀਆਂ ਸੇਮ ਹੀ ਹੁੰਦੀਆਂ, ਠੀਕ ਹੈ ਜੀ। ਡੀਮੈਰਿਟਸ ਦੇ ਵਿੱਚੋਂ ਤੁਹਾਨੂੰ ਕੁਐਸਚਨ ਨਹੀਂ ਆ ਸਕਦਾ, ਉਹ ਤੁਹਾਨੂੰ ਵੈਸੇ ਹੀ ਤੁਹਾਡਾ ਉਹ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਟਿਊਟੋਰੀਅਲ ਮੈਥਡ, ਇਹਦਾ ਮਤਲਬ ਹੁੰਦਾ ਮਤਲਬ ਆਪਾਂ ਇੱਕ ਟ੍ਰੇਲਰ ਦਿਖਾਉਣਾ ਹੁੰਦਾ, ਠੀਕ ਹੈ ਜੀ। ਇਹ ਵੀ ਇੱਕ ਟੀਚਰ ਸੈਂਟਰਡ ਹੈ, ਇਹਦੇ ਵਿੱਚ ਟੀਚਰ ਹੀ ਬੱਚਿਆਂ ਨੂੰ ਗਾਈਡ ਕਰਦਾ, ਠੀਕ ਹੈ ਜੀ। ਟ੍ਰੇਲਰ ਮੈਥਡ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ। ਇਹਦੇ ਵਿੱਚ ਆਪਾਂ ਇੱਕ ਝਲਕ ਦਿਖਾਉਣੀ ਹੁੰਦੀ ਹੈ ਬੱਚਿਆਂ ਨੂੰ, ਠੀਕ ਹੈ ਜੀ। ਤਾਂ ਇਹਦੇ ਵਿੱਚ ਇੱਕ ਟੌਪਿਕ ਦੇ ਦਿੱਤਾ ਜਾਂਦਾ, ਟੌਪਿਕ ਤੁਹਾਨੂੰ ਅਲੱਗ-ਅਲੱਗ ਟਾਈਪ ਦੇ ਮਿਲਦੇ ਆ ਇਹਦੇ ਵਿੱਚ। ਇੱਕ ਤਾਂ ਹੁੰਦਾ ਹੋਮੋਜੀਨੀਅਸ ਗਰੁੱਪ, ਇੱਕ ਹੁੰਦਾ ਹੈਟਰੋਜੀਨੀਅਸ ਗਰੁੱਪ, ਠੀਕ ਹੈ ਜੀ। ਹੈਟਰੋ ਹੈ ਇਹ, ਠੀਕ ਹੈ ਜੀ, ਤੁਸੀਂ ਯਾਦ ਰੱਖੋ, ਇੱਥੇ ਆਈ ਹੈਗੀ, HITRO, ਹੈਟਰੋਜੀਨੀਅਸ ਗਰੁੱਪ। ਇੱਕ ਹੁੰਦਾ ਹੋਮੋਜੀਨੀਅਸ, ਇੱਕ ਹੁੰਦਾ ਹੈਟਰੋਜੀਨੀਅਸ। ਹੋਮੋਜੀਨੀਅਸ ਹੁੰਦਾ ਸੇਮ ਟੌਪਿਕ ਦੇ ਉੱਤੇ ਸਾਰੇ ਬੱਚਿਆਂ ਨੇ ਕੰਮ ਕਰਨਾ ਹੁੰਦਾ, ਇਹ ਹੋਮੋਜੀਨੀਅਸ ਗਰੁੱਪ ਹੁੰਦਾ। ਜਿਹੜਾ ਹੈਟਰੋਜੀਨੀਅਸ ਹੁੰਦਾ ਇਹਦੇ ਵਿੱਚ ਹਰ ਇੱਕ ਬੱਚੇ ਨੂੰ ਇੱਕ ਡਿਫਰੈਂਟ ਟੌਪਿਕ ਮਿਲਦਾ ਕੰਮ ਕਰਨ ਦੇ ਲਈ। ਤਾਂ ਇਹ ਵੀ ਇੱਕ ਇੰਟਰਸਟਿੰਗ ਹੈਗਾ ਬਹੁਤ, ਠੀਕ ਹੈ ਜੀ। ਤਾਂ ਇਹ ਟੀਚਰ ਸੈਂਟਰਡ ਹੈ। ਟਿਊਟੋਰੀਅਲ ਮੈਥਡ, ਇਹਦੇ ਵਿੱਚ ਪਹਿਲਾਂ ਬੱਚਿਆਂ ਨੂੰ ਇੱਕ ਟ੍ਰੇਲਰ, ਇੱਕ ਟਿਊਟੋਰੀਅਲ ਦੇ ਦਿੱਤਾ ਜਾਂਦਾ ਕਿ ਤੁਸੀਂ ਇਸ ਤਰ੍ਹਾਂ ਕੰਮ ਕਰਨਾ, ਠੀਕ ਹੈ ਜੀ। ਫਿਰ ਉਹਨਾਂ ਨੂੰ ਗਰੁੱਪਸ ਦੇ ਵਿੱਚ ਵੰਡ ਦਿੱਤਾ ਜਾਂਦਾ। ਤਾਂ ਇਹ ਗਰੁੱਪ ਮੈਥਡ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ, ਇੰਟਰਸਟਿੰਗ ਮੈਥਡ ਆਪਾਂ ਇਹਨੂੰ ਕਹਿ ਸਕਦੇ ਹਾਂ, ਠੀਕ ਹੈ ਜੀ। ਡੀਮੈਰਿਟਸ ਸਾਰਿਆਂ ਦੀਆਂ ਸੇਮ ਹੀ ਨੇ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਮੈਥਡ ਹੈ ਕੁਐਸਚਨ ਆਨਸਰ ਮੈਥਡ, ਜਿਹਦੇ ਵਿੱਚ ਆਪਾਂ ਬੱਚਿਆਂ ਦੇ ਵੀ ਆਪਸ ਦੇ ਵਿੱਚ ਦੋ ਗਰੁੱਪ ਬਣਾ ਕੇ ਇਹਨਾਂ ਦੇ ਕੁਐਸਚਨ ਆਨਸਰ ਮੈਥਡ ਇਹ ਆਪਾਂ ਕਰਵਾ ਸਕਦੇ ਹਾਂ, ਅਤੇ ਟੀਚਰ ਵੀ ਇਹਦੇ ਵਿੱਚ ਇਨਵੋਲਵ ਹੋ ਸਕਦੇ ਨੇ। ਤਾਂ ਇਹ ਟੀਚਰ ਐਂਡ ਲਰਨਰ ਸੈਂਟਰਡ ਅਪਰੋਚ ਹੈ। ਤਾਂ ਇਹ ਦੋਨੋਂ ਦੀ ਹੈ, ਟੀਚਰ ਵੀ ਹੈ ਅਤੇ ਲਰਨਰ ਵੀ ਹੈ, ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਤਾਂ ਸੋਕਰੇਟਸ, ਇਹ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਜਿਹੜੀ ਕੁਐਸਚਨ ਆਨਸਰ ਮੈਥਡ ਹੈ ਇਹਦਾ ਫਾਊਂਡਰ ਕੌਣ ਹੈ। ਤਾਂ ਸੋਕਰੇਟਸ, ਜਿਹਨੂੰ ਆਪਾਂ ਸੁਕਰਾਤ ਕਹਿੰਦੇ ਹਾਂ ਪੰਜਾਬੀ ਦੇ ਵਿੱਚ, ਸੁਕਰਾਤ ਇਹਨੂੰ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ, ਠੀਕ ਹੈ ਜੀ। ਤਾਂ ਸੁਕਰਾਤ ਇਹਦਾ ਫਾਊਂਡਰ ਹੈਗਾ ਇਹ ਮੈਥਡ ਦਾ, ਇਹ ਯਾਦ ਰੱਖਿਓ, ਸੋਕਰੇਟਸ। ਤਾਂ ਕੁਐਸਚਨ ਆਨਸਰ ਮੈਥਡ ਇਹ ਲੈ ਕੇ ਆਇਆ ਸੀ। ਐਕਟਿਵ ਰੋਲ ਆਫ ਸਟੂਡੈਂਟ, ਓਬਵੀਅਸ ਗੱਲ ਹੈ ਕਿ ਐਕਟਿਵ ਰੋਲ ਆਫ ਸਟੂਡੈਂਟ ਇਹਦੇ ਵਿੱਚ ਹੋਣਾ ਹੀ ਹੋਣਾ। ਜਦੋਂ ਆਪਾਂ ਬੱਚਿਆਂ ਨੂੰ ਕੁਐਸਚਨ ਪੁੱਟ ਕਰਾਂਗੇ ਤਾਂ ਉਹ ਬੱਚੇ ਵੀ ਇਹਦੇ ਵਿੱਚ ਉਹਨਾਂ ਦਾ ਪੂਰਾ ਰੋਲ ਹੋਊਗਾ, ਠੀਕ ਹੈ ਜੀ। ਤਾਂ ਐਕਟਿਵ ਰੋਲ ਆਫ ਸਟੂਡੈਂਟ ਇਹ ਤੁਸੀਂ ਯਾਦ ਰੱਖਿਓ। ਐਕਟਿਵ ਲਰਨਿੰਗ, ਇਹਦੇ ਵਿੱਚ ਬੱਚੇ ਪੂਰੇ ਧਿਆਨ ਨਾਲ ਤੁਹਾਡੀ ਗੱਲ ਸੁਣਨਗੇ, ਇੱਕ ਇੱਕ ਕੁਐਸਚਨ ਤੁਹਾਡਾ ਪੂਰੇ ਧਿਆਨ ਨਾਲ ਸੁਣਨਗੇ, ਤਾਂ ਐਕਟਿਵ ਲਰਨਿੰਗ ਹੋਊਗੀ ਇਹਦੇ ਵਿੱਚ। ਤਾਂ ਇਹ ਤੁਸੀਂ ਸਾਰੇ ਪੁਆਇੰਟ ਯਾਦ ਰੱਖਣੇ ਆ। ਤੁਹਾਨੂੰ ਕਿਸੇ ਵੀ ਪਰਸਪੈਕਟਿਵ ਦੇ ਨਾਲ ਇੱਥੋਂ ਕੁਐਸਚਨ ਪੁੱਟ ਹੋ ਸਕਦਾ, ਕਿਉਂਕਿ ਆਪਾਂ ਦੇਖਦੇ ਹਾਂ ਕਿ 4 ਤੋਂ 5 ਕੁਐਸਚਨ ਆਪਾਂ ਨੂੰ ਟੀਚਿੰਗ ਮੈਥਡ ਦੇ ਵਿੱਚੋਂ ਹੀ ਆਉਂਦੇ ਨੇ ਹਰ ਵਾਰ। ਤਾਂ ਇਹ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ। ਪ੍ਰੀਵੀਅਸ ਨੌਲੇਜ ਡਿਟਰਮਾਈਨਡ, ਇਹਦੇ ਵਿੱਚ ਤੁਹਾਡੀ ਜਿਹੜੀ ਪ੍ਰੀਵੀਅਸ ਨੌਲੇਜ ਹੈ, ਤੁਹਾਨੂੰ ਪਹਿਲਾਂ ਕਿੰਨੀ ਕੁ ਨੌਲੇਜ ਹੈ, ਉਹ ਇਹਦੇ ਵਿੱਚ ਡਿਟਰਮਾਈਨਡ ਕੀਤੀ ਜਾਂਦੀ ਹੈ। ਕੁਐਸਚਨ ਤੁਹਾਨੂੰ ਤੁਹਾਡੇ ਸਿਲੇਬਸ ਤੋਂ ਬਾਹਰ ਵੀ ਪੁੱਛੇ ਜਾ ਸਕਦੇ ਨੇ ਕਿ ਤੁਹਾਨੂੰ ਬੇਸਿਕ ਨੌਲੇਜ ਕਿੰਨੀ ਕੁ ਹੈ। ਤਾਂ ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਪ੍ਰੀਵੀਅਸ ਨੌਲੇਜ ਡਿਟਰਮਾਈਨਡ ਇਹਦੇ ਵਿੱਚ ਤੁਹਾਡੀ ਹੁੰਦੀ ਹੈ। ਤਾਂ ਇਹਦੇ ਵਿੱਚ ਐਕਟਿਵ ਰੋਲ ਹੁੰਦਾ ਸਟੂਡੈਂਟਸ ਦਾ।
ਤਾਂ ਟੀਚਰ ਤੇ ਲਰਨਰ ਸੈਂਟਰਡ ਅਪਰੋਚ ਹੈ, ਇਹ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਮੈਥਡ ਹੈ ਉਹ ਹੈ ਡਿਸਕਸ਼ਨ ਮੈਥਡ। ਇਹ ਵੀ ਆਪਣਾ ਟੀਚਰ ਤੇ ਲਰਨਰ ਸੈਂਟਰਡ ਹੈ, ਕਿਉਂਕਿ ਇਹਦੇ ਵਿੱਚ ਦੋਨੋਂ ਇਨਵੋਲਵ ਹੋ ਸਕਦੇ ਨੇ। ਡਿਸਕਸ਼ਨ ਤੁਹਾਡੀ ਬੱਚਿਆਂ ਦੇ ਵਿੱਚ ਵੀ ਹੋ ਸਕਦੀ ਅਤੇ ਟੀਚਰ ਵੀ ਤੁਹਾਡੇ ਵਿੱਚ ਇਨਵੋਲਵ ਹੋ ਸਕਦੇ ਨੇ, ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ। ਡਿਸਕਸ਼ਨ ਆਪਾਂ ਇੱਕ ਟੌਪਿਕ ਦੇ ਦਿੱਤਾ ਜਾਂਦਾ, ਉਹ ਟੌਪਿਕ ਦੇ ਉੱਤੇ ਆਪਾਂ ਚਰਚਾ ਕਰਨੀ ਹੁੰਦੀ ਹੈ, ਇਹਨੂੰ ਚਰਚਾ ਵਿਧੀ ਵੀ ਕਿਹਾ ਜਾਂਦਾ ਪੰਜਾਬੀ ਦੇ ਵਿੱਚ। ਤਾਂ ਉਹਦੇ ਵਿੱਚ ਆਪਾਂ ਚਰਚਾ ਕਰਨੀ ਹੁੰਦੀ ਹੈ। ਟੋਲਰੈਂਸ ਤੁਹਾਡੀ ਡਿਵੈਲਪਮੈਂਟ ਹੁੰਦੀ ਹੈ। ਤੁਹਾਡਾ ਮਤਲਬ ਆਪਾਂ ਕੀ ਕਹਿ ਸਕਦੇ ਹਾਂ ਟੋਲਰੈਂਸ ਨੂੰ, ਕਿ ਤੁਹਾਡੀ ਸਹਿਣਸ਼ੀਲਤਾ, ਪੰਜਾਬੀ ਦੇ ਵਿੱਚ ਆਪਾਂ ਇਹਨੂੰ ਕਹਿ ਸਕਦੇ ਹਾਂ ਸਹਿਣਸ਼ੀਲਤਾ। ਸਹਿਣਸ਼ੀਲਤਾ ਤੁਹਾਡੀ ਡਿਵੈਲਪਮੈਂਟ ਹੁੰਦੀ ਹੈ। ਤੁਸੀਂ ਮਤਲਬ ਤੁਹਾਡੇ ਵਿੱਚ ਪੂਰੀ ਡਿਬੇਟ ਹੁੰਦੀ ਹੈ, ਤਾਂ ਇਹਦੇ ਨਾਲ ਤੁਹਾਡੀ ਟੋਲਰੈਂਸ ਪਾਵਰ ਹੁੰਦੀ ਹੈ, ਜਿਹੜੀ ਤੁਹਾਡੀ ਸਹਿਣਸ਼ੀਲਤਾ ਹੁੰਦੀ ਹੈ ਉਹ ਬਹੁਤ ਵੱਧ ਜਾਂਦੀ ਹੈ। ਤੁਸੀਂ ਸਹਿ ਲੈਂਦੇ ਹੋ ਕਈ ਗੱਲਾਂ ਨੂੰ। ਠੀਕ ਹੈ ਜੀ। ਇਹਦੇ ਵਿੱਚ ਓਪਨ ਐਂਡਡ ਕੁਐਸਚਨ ਹੁੰਦੇ ਨੇ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਲੀਡਰਸ਼ਿਪ ਕੁਆਲਿਟੀ ਤੁਹਾਡੀ ਡਿਵੈਲਪ ਹੁੰਦੀ ਹੈ। ਇਹਦੇ ਵਿੱਚ ਤੁਹਾਡੇ 'ਚ ਕੌਨਫੀਡੈਂਸ ਬਹੁਤ ਆਉਂਦਾ, ਜਦੋਂ ਤੁਸੀਂ ਬੋਲਦੇ ਹੋ, ਹਰ ਇੱਕ ਟੌਪਿਕ 'ਤੇ ਚਰਚਾ ਕਰਦੇ ਹੋ, ਤਾਂ ਲੀਡਰਸ਼ਿਪ ਕੁਆਲਿਟੀ ਤੁਹਾਡੀ ਇਹਦੇ 'ਚ ਡਿਵੈਲਪ ਹੁੰਦੀ ਹੈ। ਅਤੇ ਐਕਟਿਵ ਲਰਨਿੰਗ ਹੁੰਦੀ ਹੈ ਇਹਦੇ ਵਿੱਚ। ਠੀਕ ਹੈ ਜੀ। ਐਕਟਿਵ ਲਰਨਿੰਗ ਓਬਵੀਅਸ ਹੈ, ਅਤੇ ਮਤਲਬ ਐਕਟਿਵ ਲਰਨਿੰਗ ਤਾਂ ਓਬਵੀਅਸ ਹੋਊਗੀ ਜਦੋਂ ਤੁਸੀਂ ਡਿਸਕਸ਼ਨ ਕਰੋਗੇ, ਦੋ ਗਰੁੱਪ ਹੋਣਗੇ। ਠੀਕ ਹੈ ਜੀ। ਤਾਂ ਤੁਹਾਨੂੰ ਆਪਣੇ ਦਿਮਾਗ ਦਾ ਪ੍ਰੋਪਰ ਪ੍ਰਯੋਗ ਕਰਨਾ ਪਊ ਇਹਦੇ ਵਿੱਚ, ਡਿਸਕਸ਼ਨ ਮੈਥਡ ਦੇ ਵਿੱਚ। ਤਾਂ ਐਕਟਿਵ ਲਰਨਿੰਗ ਤਾਂ ਇਹਦੇ ਵਿੱਚ ਓਬਵੀਅਸ ਹੈ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਗਲੇ ਜਿਹੜੇ ਆਪਣੇ 3 ਮੈਥਡ ਨੇ ਇਹ ਬਹੁਤ ਇੰਪੋਰਟੈਂਟ ਨੇ, ਅਤੇ ਇੱਥੋਂ ਕੁਐਸਚਨ ਹਰ ਵਾਰ ਬਣਦਾ। ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਹਿਊਰਿਸਟਿਕ ਮੈਥਡ ਹੈ, ਜਿਹੜਾ ਅਨਵੇਸ਼ਣ ਵਿਧੀ ਇਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ ਜੀ। ਅਨੁਸੰਧਾਨ ਵਿਧੀ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ। ਹਿਊਰਿਸਟਿਕ ਮੈਥਡ, ਇਹਦੇ ਵਿੱਚ ਆਪਾਂ ਖੋਜ ਹੁੰਦੀ ਹੈ। ਇਹਦੇ ਵਿੱਚ ਆਪਾਂ ਆਪਣਾ ਮਤਲਬ ਪ੍ਰੋਪਰ ਦਿਮਾਗ ਲੱਗਦਾ। ਵੱਡੀਆਂ ਕਲਾਸਾਂ ਦੇ ਵਿੱਚ ਇਹ ਚੀਜ਼ ਦਾ ਪ੍ਰਯੋਗ ਕੀਤਾ ਜਾਂਦਾ। ਠੀਕ ਹੈ ਜੀ। ਇਹਦੇ ਫਾਊਂਡਰ ਤੁਹਾਨੂੰ ਪੁੱਛਣਗੇ ਕਿ ਹਿਊਰਿਸਟਿਕ ਮੈਥਡ ਦੇ ਫਾਊਂਡਰ ਕੌਣ ਨੇ, ਤਾਂ ਉਹਨਾਂ ਦਾ ਨਾਮ ਹੈ H.E. ਆਰਮਸਟਰੋਂਗ। ਠੀਕ ਹੈ ਜੀ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਇਹ ਚਾਈਲਡ ਸੈਂਟਰਡ ਨੇ, ਜਿਹੜੇ ਤਾਂ ਤਿੰਨੇ ਆਪਾਂ ਪੜ੍ਹਾਂਗੇ ਇਸ ਤੋਂ ਬਾਅਦ। ਤਿੰਨੋਂ ਜਿਹੜੇ ਆਪਾਂ ਅਪਰੋਚਾਂ ਪੜ੍ਹਨੀਆਂ ਨੇ, ਇਹ ਸਾਰੀਆਂ ਚਾਈਲਡ ਸੈਂਟਰਡ ਨੇ। ਇਹਦੇ ਵਿੱਚ ਸਿਰਫ ਬੱਚੇ 'ਤੇ ਕੰਮ ਕੀਤਾ ਜਾਂਦਾ। ਟੀਚਰ ਦਾ ਇਹਦੇ ਵਿੱਚ ਰੋਲ ਮਤਲਬ ਨਾ ਮਾਤਰ ਹੁੰਦਾ ਹੀ ਨਹੀਂ ਜ਼ਿਆਦਾਤਰ। ਠੀਕ ਹੈ। ਮਤਲਬ ਥੋੜ੍ਹੀ ਬਹੁਤ ਹੈਲਪ ਜ਼ਰੂਰ ਲੈ ਸਕਦਾ, ਬਟ ਟੀਚਰ ਦਾ ਜ਼ਿਆਦਾ ਰੋਲ ਨਹੀਂ ਹੁੰਦਾ। ਚਾਈਲਡ ਸੈਂਟਰਡ ਅਪਰੋਚ ਹੈ ਇਹ। ਡਿਪੈਂਡਸ ਅਪੋਨ ਦ ਲਰਨਿੰਗ ਬਾਏ ਡੂਇੰਗ, ਤਾਂ ਇਹ ਲਰਨਿੰਗ ਬਾਏ ਡੂਇੰਗ ਦੇ ਉੱਤੇ ਡਿਪੈਂਡ ਹੈ। ਇਹ ਜਿਹੜਾ ਹਿਊਰਿਸਟਿਕ ਮੈਥਡ ਹੈ ਬਹੁਤ ਇੰਪੋਰਟੈਂਟ ਹੈ, ਕਿ ਇਹਦੇ ਵਿੱਚ ਬੱਚੇ ਖੁਦ ਕਰਕੇ ਖੁਦ ਸਿੱਖਦੇ ਨੇ। ਠੀਕ ਹੈ ਜੀ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ, ਇਹ 'ਤੇ ਵੈਰੀ ਇੰਪੋਰਟੈਂਟ ਲਾ ਲਿਓ, ਕਿ ਜਿਹੜਾ ਹਿਊਰਿਸਟਿਕ ਮੈਥਡ ਹੈ ਕਿਹੜੀ ਪ੍ਰੋਬਲਮ 'ਤੇ ਕੰਮ ਕਰਦਾ ਹੈ। ਤਾਂ ਜਿਹੜੀ ਪ੍ਰੈਜੈਂਟ ਦੇ ਵਿੱਚ ਤੁਹਾਨੂੰ ਤੁਸੀਂ ਪ੍ਰੋਬਲਮ ਕਰ ਰਹੇ ਹੋ, ਉਹ ਪ੍ਰੋਬਲਮ 'ਤੇ ਕੰਮ ਕਰਦਾ ਹੈ। ਠੀਕ ਹੈ ਜੀ। ਪ੍ਰੈਜੈਂਟ ਪ੍ਰੋਬਲਮ 'ਤੇ ਕੰਮ ਕਰਦਾ, ਜਿਹੜੀ ਤੁਹਾਡੇ ਸਾਹਮਣੇ ਪ੍ਰੋਬਲਮ ਆ ਰਹੀ ਹੈ ਉਹਦਾ ਤੁਸੀਂ ਹੱਲ ਕਰਨਾ ਹੁੰਦਾ। ਠੀਕ ਹੈ ਜੀ। ਇਹਦੇ ਵਿੱਚ ਤੁਸੀਂ ਕੀ ਕਰਦੇ ਹੋ, ਤੁਹਾਡੇ ਸਾਹਮਣੇ ਕੀ ਹੁੰਦੀ ਹੈ, ਪ੍ਰੋਬਲਮ ਹੁੰਦੀ ਹੈ। ਪ੍ਰੋਬੇਬਿਲਿਟੀ ਕੀ ਹੁੰਦੀ ਹੈ, ਸੰਭਾਵਨਾ। ਠੀਕ ਹੈ ਜੀ। ਤਾਂ ਤੁਸੀਂ ਉਹਦੀ ਸੰਭਾਵਨਾ ਪਹਿਲਾਂ ਤੁਸੀਂ ਆਪਦੇ ਦਿਮਾਗ ਦੇ ਵਿੱਚ ਸੰਭਾਵਨਾ ਉਹਦੀ ਘੜ ਲੈਂਦੇ ਹੋ ਕਿ ਕੀ ਹੋ ਸਕਦਾ ਹੈ। ਠੀਕ ਹੈ ਜੀ। ਕੁਛ ਚੰਗਾ ਵੀ ਹੋ ਸਕਦਾ, ਕੁਛ ਬੁਰਾ ਵੀ ਹੋ ਸਕਦਾ। ਤਾਂ ਪ੍ਰੋਬੇਬਿਲਿਟੀ ਹੈ, ਮਤਲਬ ਸੰਭਾਵਨਾ ਕੋਈ ਵੀ ਹੋ ਸਕਦੀ ਹੈ। ਇਸ ਤੋਂ ਬਾਅਦ ਤੁਸੀਂ ਹਾਈਪੋਥੀਸਿਸ ਬਣਾ ਲੈਂਦੇ ਹੋ। ਹਾਈਪੋਥੀਸਿਸ ਕੀ ਹੁੰਦਾ, ਇੱਕ ਤਾਂ ਆਪਣਾ ਥੀਸਿਸ ਹੁੰਦਾ। ਥੀਸਿਸ ਤੁਸੀਂ ਸੁਣਿਆ ਹੋਊਗਾ, ਕਿ ਆਪਾਂ ਕਹਿ ਦਿੰਦੇ ਕਿ ਮੈਂ ਥੀਸਿਸ ਜਮ੍ਹਾਂ ਕਰਵਾ ਕੇ ਆਉਣਾ। ਜਿਹੜੇ ਬੱਚੇ PhD ਕਰਦੇ ਨੇ ਉਹਨਾਂ ਨੇ ਤਾਂ ਇਹ ਚੀਜ਼ ਬਾਰੇ ਸੁਣਿਆ ਹੋਊਗਾ, ਥੀਸਿਸ ਬਾਰੇ, ਜਾਂ MPhil ਕਰਦੇ ਨੇ ਉਹਨਾਂ ਨੇ ਵੀ ਥੀਸਿਸ ਬਾਰੇ ਸੁਣਿਆ ਹੋਊਗਾ। ਠੀਕ ਹੈ ਜੀ। ਤਾਂ ਇੱਕ ਹਾਈਪੋਥੀਸਿਸ ਹੁੰਦਾ, ਇੱਕ ਤਾਂ ਹੁੰਦਾ ਥੀਸਿਸ, ਉਹ ਤਾਂ ਹੁੰਦਾ ਤੁਹਾਡਾ ਪ੍ਰੋਪਰ ਜਿਹੜਾ ਤੁਸੀਂ ਜਮ੍ਹਾਂ ਕਰਵਾਉਣਾ ਹੁੰਦਾ। ਹਾਈਪੋਥੀਸਿਸ ਹੁੰਦਾ ਇੱਕ ਪਰਿਕਲਪਨਾ, ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਪਰਿਕਲਪਨਾ। ਪਰਿਕਲਪਨਾ ਦਾ ਕੀ ਮਤਲਬ ਹੁੰਦਾ, ਕਿ ਥੀਸਿਸ ਹਜੇ ਤੁਹਾਡਾ ਤਿਆਰ ਨਹੀਂ ਹੋਇਆ, ਹਜੇ ਤੁਹਾਡੀ ਸੰਭਾਵਨਾ ਹੈ। ਹਾਈਪੋਥੀਸਿਸ ਇੱਕ ਤੁਸੀਂ ਕੱਚਾ ਜਿਹੜਾ ਥੀਸਿਸ ਹੈ ਉਹ ਤਿਆਰ ਕੀਤਾ। ਠੀਕ ਹੈ ਜੀ। ਪਰਿਕਲਪਨਾ ਤਿਆਰ ਕੀਤੀ ਹੈ ਕਿ ਕੁਛ ਵੀ ਹੋ ਸਕਦਾ। ਉਸ ਤੋਂ ਬਾਅਦ ਹਾਈਪੋਥੀਸਿਸ ਤੁਸੀਂ ਤਿਆਰ ਕਰਦੇ ਹੋ, ਅਤੇ ਐਂਡ ਦੇ ਉੱਤੇ ਤੁਸੀਂ ਕਨਕਲੂਜਨ ਦੇ ਉੱਤੇ ਪਹੁੰਚਦੇ ਹੋ, ਤਾਂ ਤੁਸੀਂ ਆਪਦਾ ਸੋਲਿਊਸ਼ਨ ਕੱਢ ਲੈਂਦੇ ਹੋ। ਤਾਂ ਕਿਹੜੀ ਪ੍ਰੋਬਲਮ 'ਤੇ ਕੰਮ ਹੋ ਰਿਹਾ ਹੈ, ਪ੍ਰੈਜੈਂਟ ਪ੍ਰੋਬਲਮ 'ਤੇ, ਜਿਹੜੀ ਤੁਹਾਡੇ ਸਾਹਮਣੇ ਹੁਣ ਤੁਸੀਂ ਫੇਸ ਕਰ ਰਹੇ ਹੋ। ਤਾਂ ਇਹ 2 ਟਾਈਪ ਨਾਲ ਹੋ ਸਕਦਾ। ਸਿੰਗਲ, ਇੱਕ ਬੱਚਾ ਵੀ ਇਹ 'ਤੇ ਕੰਮ ਕਰ ਸਕਦਾ, ਅਤੇ ਬੱਚਿਆਂ ਨੂੰ ਆਪਾਂ ਗਰੁੱਪ ਦੇ ਵਿੱਚ ਵੀ ਕੰਮ ਕਰਵਾ ਸਕਦੇ ਹਾਂ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖੋ, ਸਿੰਗਲ ਵੀ ਹੋ ਸਕਦਾ, ਗਰੁੱਪਸ ਦੇ ਵਿੱਚ ਵੀ ਹੋ ਸਕਦਾ। ਤਾਂ ਬਹੁਤ ਇੰਪੋਰਟੈਂਟ ਹੈ, ਯਾਦ ਰੱਖੋ ਇੱਕ ਪੁਆਇੰਟ ਦੇ ਬਾਰੇ। ਇੱਥੋਂ ਕੁਐਸਚਨ ਹਰ ਵਾਰ ਬਣਦਾ ਹੁੰਦਾ। ਅਗਲਾ ਜਿਹੜਾ ਆਪਣਾ ਮੈਥਡ ਹੈ ਉਹ ਹੈ ਡਿਸਕਵਰੀ ਮੈਥਡ। ਠੀਕ ਹੈ ਜੀ। ਇਹ ਬਹੁਤ ਇੰਪੋਰਟੈਂਟ ਹੈ ਵੀ, ਡਿਸਕਵਰੀ ਮੈਥਡ ਵੀ, ਇਹ ਵੀ ਆਪਣੀ ਇੱਕ ਖੋਜ ਵਿਧੀ ਦੇ ਉੱਤੇ ਆਧਾਰਿਤ ਹੈ। ਠੀਕ ਹੈ ਜੀ। ਇਹ ਆਪਣਾ ਜਿਹੜਾ ਪ੍ਰੀਵੀਅਸ ਮੈਥਡ ਆਪਾਂ ਪੜ੍ਹ ਕੇ ਗਏ ਹਾਂ, ਇਹ ਵੀ ਆਪਣਾ ਖੋਜ 'ਤੇ ਆਧਾਰਿਤ ਸੀ, ਅਤੇ ਡਿਸਕਵਰੀ ਮੈਥਡ ਵੀ ਆਪਣਾ ਖੋਜ 'ਤੇ ਆਧਾਰਿਤ ਹੈ। ਬਟ ਇਹਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ, ਉਹ ਫਰਕ ਹੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਥੇ ਤੁਸੀਂ ਕਨਫਿਊਜ਼ ਹੁੰਦੇ ਹੋ। ਇਹ ਵੀ ਆਪਣਾ ਚਾਈਲਡ ਸੈਂਟਰਡ ਹੈ। ਇਹਦੇ ਵਿੱਚ ਖੋਜ ਕਿਹਨੇ ਕਰਨੀ ਹੁੰਦੀ ਹੈ, ਬੱਚੇ ਨੇ ਕਰਨੀ ਹੁੰਦੀ ਹੈ। ਠੀਕ ਹੈ ਜੀ। ਡਿਪੈਂਡਸ ਅਪੋਨ ਲਰਨਿੰਗ ਬਾਏ ਡੂਇੰਗ ਦੇ ਉੱਤੇ ਇਹ ਵੀ ਕੰਮ ਕਰਦਾ। ਠੀਕ ਹੈ ਜੀ। ਬੱਚਾ ਇਹਦੇ ਵਿੱਚ ਖੁਦ ਕੰਮ ਕਰਦਾ ਅਤੇ ਖੁਦ ਸਿੱਖਦਾ। ਇਹ ਮਤਲਬ ਕਿਹੜੇ ਸਬਜੈਕਟ ਦੇ ਉੱਤੇ ਇਹ ਆਪਾਂ ਕਰ ਸਕਦੇ ਹਾਂ, ਇਹਦੇ ਵਿੱਚ ਆਪਣੀ ਸੋਸ਼ਲ ਸਾਇੰਸ ਹੋ ਗਈ, ਹਿਸਟਰੀ ਹੋ ਗਈ, ਇਹ ਸਬਜੈਕਟ ਆ ਜਾਂਦੇ ਨੇ। ਕਿਉਂਕਿ ਇਹਦੇ ਵਿੱਚ ਆਪਾਂ ਕੰਮ ਕਿਹੜੀ ਚੀਜ਼ 'ਤੇ ਕਰਨਾ ਹੁੰਦਾ, ਪਾਸਟ ਇਵੈਂਟਸ 'ਤੇ, ਜਿਹੜੀਆਂ ਚੀਜ਼ਾਂ ਬੀਤ ਗਈਆਂ, ਜਿਹੜੀਆਂ ਚੀਜ਼ਾਂ ਇਸ ਤੋਂ ਪਹਿਲਾਂ ਹਿਸਟਰੀ ਬਣ ਗਈਆਂ,
ਤਾਂ ਉਹ ਗੱਲਾਂ ਦੇ ਉੱਤੇ ਆਪਾਂ ਰਿਸਰਚ ਕਰਨੀ ਹੁੰਦੀ ਹੈ, ਨਾ ਕਿ ਪ੍ਰੈਜੈਂਟ ਪ੍ਰੋਬਲਮ 'ਤੇ। ਜੇਕਰ ਤੁਹਾਨੂੰ ਹਿਊਰਿਸਟਿਕ ਮੈਥਡ ਆ ਗਿਆ ਤਾਂ ਉੱਥੇ ਤੁਹਾਡੀ ਪ੍ਰੈਜੈਂਟ ਪ੍ਰੋਬਲਮ ਦਾ ਕੰਮ ਹੋਊਗਾ ਕਿ ਜਿਹੜੀ ਤੁਸੀਂ ਪ੍ਰੋਬਲਮ ਹੁਣ ਫੇਸ ਕਰ ਰਹੇ ਹੋ ਪ੍ਰੈਜੈਂਟ ਦੇ ਵਿੱਚ। ਬਟ ਇਹ ਜਿਹੜਾ ਤੁਹਾਡਾ ਡਿਸਕਵਰੀ ਮੈਥਡ ਹੈ ਇਹ ਤੁਹਾਡੇ ਪਾਸਟ ਇਵੈਂਟ 'ਤੇ ਕੰਮ ਕਰਦਾ। ਇਹ ਥੋੜ੍ਹਾ ਜਿਹਾ ਫਰਕ ਹੈ, ਬਟ ਇੱਥੇ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਹਰ ਵਾਰ, ਠੀਕ ਹੈ ਜੀ। ਤਾਂ ਪਾਸਟ ਇਵੈਂਟ 'ਤੇ ਆਪਣਾ ਡਿਸਕਵਰੀ ਮੈਥਡ ਕੰਮ ਕਰਦਾ, ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਡਿਪੈਂਡਸ ਅਪੋਨ ਪਾਸਟ ਇਵੈਂਟ, ਠੀਕ ਹੈ ਜੀ। ਤਾਂ ਪਾਸਟ ਇਵੈਂਟ ਦੇ ਉੱਤੇ ਹੈ ਤਾਂ ਸਟੂਡੈਂਟਸ ਆਰ ਐਕਟਿਵ, ਤਾਂ ਓਬਵੀਅਸ ਗੱਲ ਹੈ ਕਿ ਸਟੂਡੈਂਟ ਇਹਦੇ ਵਿੱਚ ਐਕਟਿਵ ਹੋਣਗੇ ਹੀ ਹੋਣਗੇ, ਕਿਉਂਕਿ ਇਹ ਇੱਕ ਖੋਜ ਮੈਥਡ ਹੈ। ਇਹ ਤਿੰਨੋਂ ਮੈਥਡ ਵੱਡੀਆਂ ਕਲਾਸਾਂ ਦੇ ਵਿੱਚ ਹੁੰਦੇ ਨੇ ਕਾਲਜ ਲੈਵਲ 'ਤੇ। ਅਗਲਾ ਜਿਹੜਾ ਆਪਣਾ ਮੈਥਡ ਹੈ, ਲਾਸਟ ਮੈਥਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਪ੍ਰੋਜੈਕਟ ਮੈਥਡ, ਬਹੁਤ ਇੰਪੋਰਟੈਂਟ ਹੈ। ਇਹਦਾ ਫਾਊਂਡਰ ਤੁਹਾਨੂੰ ਪੁੱਛਣਗੇ WH ਕਿਲਪਾਟ੍ਰਿਕ, ਠੀਕ ਹੈ ਜੀ। WH ਕਿਲਪਾਟ੍ਰਿਕ ਤਾਂ ਬਹੁਤ ਇੰਪੋਰਟੈਂਟ ਹੈ, ਹਰ ਵਾਰ ਪੁੱਛਿਆ ਜਾਂਦਾ। WH ਕਿਲਪਾਟ੍ਰਿਕ ਇਹਦੇ ਜਿਹੜੇ ਫਾਊਂਡਰ ਨੇ, ਠੀਕ ਹੈ ਜੀ। ਚਾਈਲਡ ਸੈਂਟਰਡ ਅਪਰੋਚ ਹੈ, ਇਹ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ ਕਿ ਇਹ ਜਿਹੜੇ ਤਿੰਨੋਂ ਮੈਥਡ ਨੇ ਇਹ ਬੱਚੇ 'ਤੇ ਡਿਪੈਂਡ ਨੇ, ਚਾਈਲਡ ਸੈਂਟਰਡ ਨੇ, ਸਟੂਡੈਂਟ ਸੈਂਟਰਡ ਨੇ। ਬੇਸਡ ਔਨ ਪ੍ਰੈਕਟੀਕਲ ਵਰਕ, ਇਹਦੇ ਵਿੱਚ ਤੁਹਾਡਾ ਪ੍ਰੈਕਟੀਕਲ ਵਰਕ ਹੁੰਦਾ, ਠੀਕ ਹੈ ਜੀ। ਪ੍ਰੈਕਟੀਕਲ ਵਰਕ ਕੀਤਾ ਜਾਂਦਾ, ਪ੍ਰੋਜੈਕਟ ਬਣਾਉਣੇ ਹੁੰਦੇ ਆ ਤੁਸੀਂ, ਠੀਕ ਹੈ ਜੀ। ਲਰਨਿੰਗ ਬਾਏ ਡੂਇੰਗ, ਓਬਵੀਅਸ ਗੱਲ ਹੈ, ਲਰਨਿੰਗ ਬਾਏ ਡੂਇੰਗ ਦੇ ਉੱਤੇ ਆਧਾਰਿਤ ਹੈ ਇਹ। ਬੇਸਡ ਔਨ ਗਰੁੱਪ ਵਰਕ, ਤਾਂ ਇਹ ਜਿਹੜਾ ਵਰਕ ਹੋਊਗਾ ਇਹ ਤੁਹਾਡਾ ਗਰੁੱਪਸ ਦੇ ਵਿੱਚ ਹੋਊਗਾ, ਜਿਹੜਾ ਪ੍ਰੋਜੈਕਟ ਵਰਕ ਹੁੰਦਾ ਇਹ 'ਚ ਕਈ ਬੱਚਿਆਂ ਦੇ ਗਰੁੱਪ ਬਣਾ ਦਿੱਤੇ ਜਾਂਦੇ ਨੇ, ਉਹ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਨੇ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਊਗਾ। ਇੱਕ ਇਹ ਪੁਆਇੰਟ ਤੁਸੀਂ ਯਾਦ ਰੱਖਿਓ, ਇਹ ਹਰ ਵਾਰ ਆਉਂਦਾ ਕਿ ਕਿਹੜਾ ਮੈਥਡ ਹੈ ਜਿਹੜਾ ਕਿ ਪ੍ਰੋਗਰੈਸਿਵ ਐਜੂਕੇਸ਼ਨ ਦੀ ਗੱਲ ਕਰਦਾ ਅਤੇ ਪ੍ਰੈਗਮੈਟਿਜ਼ਮ ਦੀ ਗੱਲ ਕਰਦਾ, ਬਹੁਤ ਇੰਪੋਰਟੈਂਟ ਹੈ। ਤਾਂ ਇਹ ਜਿਹੜਾ ਆਪਣਾ ਪ੍ਰੋਜੈਕਟ ਮੈਥਡ ਹੈ ਇਹ ਪ੍ਰੋਗਰੈਸਿਵ, ਕਿਉਂਕਿ ਇਹ ਚੰਗੇ ਲਈ ਆਪਾਂ ਸੁਸਾਇਟੀ ਦੇ ਲਈ ਵੀ ਇਹਨੂੰ ਯੂਜ਼ ਕਰ ਸਕਦੇ ਹਾਂ। ਤਾਂ ਪ੍ਰੋਗਰੈਸਿਵ ਐਜੂਕੇਸ਼ਨ ਦੀ ਗੱਲ ਕੌਣ ਕਰਦਾ ਹੈ? ਪ੍ਰੋਜੈਕਟ ਮੈਥਡ। ਪ੍ਰੈਗਮੈਟਿਜ਼ਮ ਦੀ ਗੱਲ ਕੌਣ ਕਰਦਾ ਹੈ? ਪ੍ਰੋਜੈਕਟ ਮੈਥਡ। ਤਾਂ ਬਹੁਤ ਇੰਪੋਰਟੈਂਟ ਹੈ, ਯਾਦ ਰੱਖਿਓ। ਅਤੇ ਲਾਸਟ ਜਿਹੜਾ ਆਪਣਾ ਪੁਆਇੰਟ ਹੈ ਗੁੱਡ ਫॉर ਸੁਸਾਇਟੀ, ਕਿਉਂਕਿ ਪ੍ਰੋਜੈਕਟ ਆਪਾਂ ਕਿਸੇ ਵੀ ਟੌਪਿਕ ਦੇ ਉੱਤੇ ਬਣਾ ਸਕਦੇ ਹਾਂ। ਪੋਲਿਊਸ਼ਨ 'ਤੇ ਬਣਾ ਸਕਦੇ ਹਾਂ, ਸੁਸਾਇਟੀ ਦੇ ਵਿੱਚ ਸ਼ੋਰ ਪ੍ਰਦੂਸ਼ਣ ਹੋ ਗਿਆ, ਠੀਕ ਹੈ ਜੀ, ਭੂਮੀ ਪ੍ਰਦੂਸ਼ਣ ਹੋ ਗਿਆ, ਹਵਾ ਪ੍ਰਦੂਸ਼ਣ ਹੋ ਗਿਆ, ਕਿਸੇ ਵੀ ਚੀਜ਼ 'ਤੇ ਆਪਾਂ ਜਿਹੜਾ ਪ੍ਰੋਜੈਕਟ ਹੈ ਉਹ ਤਿਆਰ ਕਰ ਸਕਦੇ ਹਾਂ। ਤਾਂ ਸੁਸਾਇਟੀ ਦੇ ਲਈ ਇਹ ਬਹੁਤ ਗੁੱਡ ਹੈ, ਤਾਂ ਇਹ ਤੁਸੀਂ ਯਾਦ ਰੱਖਿਓ। ਤਾਂ ਇਹ ਜਿਹੜੇ ਆਪਣੇ 10 ਮੈਥਡ ਸੀ ਉਹ ਆਪਾਂ ਪੂਰੇ ਡਿਟੇਲ ਦੇ ਵਿੱਚ ਕਵਰ ਕਰ ਲਏ ਨੇ। ਇਸ ਤੋਂ ਬਾਹਰ ਤੁਹਾਨੂੰ ਇੱਕ ਵੀ ਕੁਐਸਚਨ ਨਹੀਂ ਆਊਗਾ, ਠੀਕ ਹੈ, ਜਿਹਨੂੰ ਤੁਸੀਂ ਚੰਗੀ ਤਰ੍ਹਾਂ ਨੋਟਸ ਇਹਦੇ ਬਣਾ ਲਓ, ਠੀਕ ਹੈ ਜੀ। ਇੱਕ ਇੱਕ ਪੁਆਇੰਟ ਤੁਸੀਂ ਨੋਟ ਕਰ ਲਓ, ਤਾਂ ਇੱਥੋਂ ਹਰ ਵਾਰ ਤੁਹਾਡੇ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਤਾਂ ਅੱਗੇ ਵੀ ਆਪਣੇ ਟੌਪਿਕ ਹੈ ਜਿਹੜੇ ਉਹ CDP ਦੇ ਆਪਾਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਲੈ ਕੇ ਆਉਂਦੇ ਰਹਾਂਗੇ। ਤਾਂ ਜੇਕਰ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਨੇ ਉਹਨੂੰ ਲਾਈਕ ਕਰਦਿਆ ਕਰੋ, ਅੱਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਵੀਡੀਓ ਤੁਹਾਨੂੰ ਕਿਵੇਂ ਲੱਗੀ, ਠੀਕ ਹੈ ਜੀ। ਤਾਂ ਅੱਗੇ ਵੀ ਤੁਹਾਡਾ ਜਿਹੜਾ ਆਪਾਂ CDP ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਅਤੇ ਹੋਰ ਵੀ ਟੌਪਿਕ ਜਿੰਨੇ ਆਪਣੇ ਚੱਲ ਰਹੇ ਨੇ ਉਹ ਵੀ ਤੁਹਾਡੇ ਔਨਗੋਇੰਗ ਰਹਿਣਗੇ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।